ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਾ ਹੈ ਸੇਵਕ ਜਨ ਮਾਨੈ, परतख गुरु निस्तारे। आवो सिख सतगुरु के प्यारियो, गावो सच्ची बाणी। बाणी तां गावो गुरु केरी, बाणियां सिर बाणी। जिनको नदर करम होवै, हृदय तिना समाणी। पीवो अमृत सदा रहो हर रंग, जपियो हो सारंग पानी। कह नानक सदा गावो, ਇਹ ਸੱਚੀ ਬਾਣੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਥੋੜ੍ਹੀ ਇੱਕੋ ਘਟਾਇਓ। ਆਪ ਸਾਰੇ ਹੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ, ਇੱਕੋ ਘਟਾ ਦਿਓ ਹੋਰ। ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਅਗਮੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਹਿਜ ਪਾਠ ਵਿਚਾਰਾਂ ਵਿੱਚ ਮਨ ਜੋੜੀਏ। ਜਿੰਨੇ ਕੁ ਆਪ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਸਾਰੇ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਵਿੱਚੋਂ ਕਬੀਰ ਸਾਹਿਬ ਜੀ ਦਾ ਗੌੜੀ ਪੂਰਬੀ ਦਾ ਇਹ ਖਜ਼ਾਨਾ, ਸਿਰਲੇਖ ਰਾਗ ਗੌੜੀ ਪੂਰਬੀ। ਕਬੀਰ ਜੀ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤਾਂ ਲਈ ਲਫ਼ਜ਼ ਵਰਤੇ ਨੇ। ਗੁਰੂ ਨਾਨਕ ਸਾਹਿਬ ਨੇ ਕਿੱਥੇ ਨਹੀਂ ਲਫ਼ਜ਼ ਵਰਤਿਆ ਕਿਸੇ ਲਈ ਸ਼ੂਦਰ ਜਾਂ ਛੀਂਬਾ ਜਾਂ ਬੁਤਕਾਰੀਆ। ਇਹ ਲਫ਼ਜ਼ ਸਤਿਗੁਰੂ ਜੀ ਨੇ ਤੇ ਸਤਿਕਾਰ ਨਾਲ, ਇਹ ਤੇ ਭਗਤਾਂ ਨੇ ਆਪਣੇ ਆਪ ਨੂੰ ਕਿਹਾ ਕਿ ਰਵਿਦਾਸ ਜੀ ਆਪਣੇ ਆਪ ਨੂੰ ਵਰਤਦੇ ਨੇ। ਮੇਰੀ ਜਾਤ ਕੁਟ ਬਾਂਡਲਾ ਢੂਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਕਿ ਬਨਾਰਸ ਦੀਆਂ ਗਲੀਆਂ ਵਿੱਚ ਮੈਨੂੰ ਘੁੰਮਣ ਨਹੀਂ ਦਿੰਦੇ ਤੇ ਸ਼ੂਦਰ ਸ਼ੂਦਰ ਨੀਚ ਨੀਚ ਆਖਦੇ ਆ। ਪਰ ਸਤਿਗੁਰੂ ਜੀ ਨੇ ਜਿਹੜਾ ਲਫ਼ਜ਼ ਵਰਤਿਆ ਰਾਗ ਗੌੜੀ ਪੂਰਬੀ, ਕਬੀਰ ਜੀ ਸਤਿਕਾਰ ਨਾਲ ਹਿਰਦੇ ਦੀ ਬੰਦਗੀ, ਕਬੀਰ ਜੀ ਦੀ ਇਹ ਬਾਣੀ ਦੇ ਉਚਾਰਨ ਕੀਤੇ ਹੋਏ ਕਬੀਰ ਜੀ ਦੇ ਗੌੜੀ ਰਾਗ ਦਾ ਸਿਰਲੇਖ ਸ਼ਬਦ ਗੌੜੀ। ਇਹ ਸ਼ਬਦ ਜਿਹੜਾ ਹੈ ਅਸੀਂ ਪੜ੍ਹ ਰਹੇ ਹਾਂ ਗੌੜੀ ਦੇ ਸਿਰਲੇਖ ਦਾ। ਇਹ ਚੌਥਾ ਸ਼ਬਦ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਜਦ ਇੱਕ ਦੇ ਵਿੱਚ ਇੱਕ ਮਿਲ ਜਾਂਦਾ ਨਾ, ਕਿੰਬਾ ਕਹਿੰਦੇ ਦੂਜਾ ਦੁਬਦਾ, ਮਹੋਏ ਨਹੀਂ ਰਹਿੰਦਾ। ਮਹੋਏ ਦਾ ਮਤਲਬ ਖਤਮ ਹੋ ਜਾਂਦਾ। ਜਦ ਇੱਕ ਇੱਕ ਵਰਤ ਗਿਆ, ਤੂੰ ਦਾਨਾ ਤੂੰ ਅਵਚਲ, ਤੂੰ ਹੀ ਜਾਤ ਮੇਰੀ ਪਾਤੀ। ਤੂੰ ਅਡੋਲ ਕਦੇ ਡੋਲੇ ਨਾਹੀ, ਹਮ ਤਾਂ ਮਨ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ, ਏਕੈ ਏਕੈ ਤੂੰ ਰਾਇਆ, ਤਉ ਕਿਰਪਾ ਤੇ ਸੁਖ ਪਾਇਆ। ਜਦ ਇੱਕ ਵਰਤ ਗਿਆ ਫਿਰ ਦੂਜਾ ਖਤਮ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇੱਕ ਸੁਰਤ, ਮੇਰੀ ਸੁਰਤ ਸ਼ਬਦ ਵਿੱਚ ਮਿਲੀ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਦੁਬਦਾ ਦੂਰ ਹੋ ਗਈ, ਦੁਚਿੱਤੀ ਭਾਵਨਾ ਦੂਰ ਹੋ ਗਈ। ਜਿਤ ਘਟ ਨਾਮ ਨਾ ਊਪਜੈ, ਫੂਟ ਮਰੈ ਜਨ ਸੋਏ। ਜਿਹਦੇ ਅੰਦਰ ਰੱਬ ਦੀ ਬੰਦਗੀ ਨਹੀਂ ਹੈ, ਉਹਦਾ ਸਰੀਰ ਰੂਪੀ ਘੜਾ ਫਟ ਕੇ ਖਤਮ ਹੋਣ ਵਾਲਾ, ਭਾਵ ਉਹਦਾ ਜੀਵਨ ਕਿਸੇ ਕੰਮ ਦਾ ਨਹੀਂ।
ਉਹਦਾ ਜੀਵਨ ਵਿਕਾਰਾਂ ਵਿੱਚ ਹੈ। ਕਬੀਰ ਜੇ ਘਟ ਸਾਧਨਾ ਸੇਵੀ ਹੈ, ਜੇ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਜਿਤ ਘਟ ਨਾਮ ਨਾ ਉਪਜੈ, ਜਿਹਦੇ ਹਿਰਦੇ ਵਿੱਚ ਨਾਮ ਨਹੀਂ ਪੈਦਾ ਹੋਇਆ, ਫੂਟ ਮਰੈ ਜਨ ਸੋਏ, ਉਹਦੀ ਆਤਮਕ ਜੀਵਨ ਵਾਲੀ ਬਿਰਤੀ ਮਰੀ ਹੋਈ ਹੈ, ਉਹ ਆਤਮਕ ਮੌਤ ਮਰਿਆ ਹੈ ਜੀ। ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ ਰਹਾਉ। हे ਸੋਹਣੇ ਸਾਵਲੇ ਪ੍ਰਭੂ, हे ਸੁੰਦਰ ਵਾਹਿਗੁਰੂ, ਮੇਰਾ ਮਨ ਤੇਰੇ ਵਿੱਚ ਲੱਗ ਗਿਆ। ਰਾਮਈਆ ਦਾ ਮਤਲਬ ਰਮਿਆ ਹੋਇਆ ਵਾਹਿਗੁਰੂ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਸੋਹਣੇ ਰੰਗ ਵਾਲਾ। ਮੇਰਾ ਮਨ ਲਾਗਾ ਤੋਏ, ਮੇਰਾ ਮਨ ਤੋਹੇ ਮਤਲਬ ਤੇਰੇ ਵਿੱਚ ਲੱਗ ਗਿਆ। ਮੇਰੇ ਘਟ ਅੰਦਰ ਸਿਰਫ ਇੱਕ ਤੇਰਾ ਸਿਮਰਨ ਹੈ, ਹੋਰ ਸਾਰੀ ਬਿਰਤੀ ਨਹੀਂ। ਛੋਡੂ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮੇ ਅਵਸਥਾ, ਮੇਰਾ ਮਨ ਲਾਗਾ ਤੋਹੇ ਰਹਾਉ। ਸਾਧ ਮਿਲੈ ਸਿਧ ਪਾਈਐ, ਕਿ ਇਹ ਜੋਗ ਕੇ ਭੋਗ, ਦੁਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਸਾਧ ਦੇ ਧੱਦੇ ਨੂੰ ਔਂਕੜ ਹੈ ਇੱਕ ਵਚਨ, ਸੱਚਾ ਗੁਰੂ, ਪੂਰਨ ਗੁਰੂ, ਸਮਰੱਥ ਗੁਰੂ। ਜਿਹਨੂੰ ਪੜ੍ਹਦੇ ਹਾਂ ਸਮਰੱਥ ਗੁਰੂ, ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀ। ਸਰਵਣ ਵੀ ਕੀਤਾ, ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਸੱਚੇ ਗੁਰੂ ਨੇ ਕਿਰਪਾ ਕੀਤੀ, ਸੱਚੇ ਗੁਰੂ ਦੀ ਪ੍ਰਾਪਤੀ ਹੋਏ। ਸਾਧ ਮਿਲਿਆ ਸਿੱਧ ਪਾਈ ਹੈ, ਉਹ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਅਵਸਥਾ ਨੂੰ ਸਾਰੇ ਤੁਰੇ ਫਿਰਦੇ ਆ ਲੱਭਣ ਲਈ। ਕੌਣ ਕੌਣ ਤੁਰਿਆ ਫਿਰਦਾ ਇਸ ਧਰਤੀ 'ਤੇ? ਬਹੁਤ ਨੇ। ਦੇਵਤਿਆਂ ਦਰਸ਼ਨ ਕੈ ਤਾਈ, ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੈ ਭੇਸ ਪਏ। ਬੜੇ ਧੱਕੇ ਖਾਏ, ਕੋਈ ਭੇਖੀ ਬਣਿਆ, ਕਿਸੇ ਨੇ ਭੇਖ ਧਾਰਨ ਕੀਤੇ, ਕੋਈ ਭਗਵਾ, ਕੋਈ ਭੁਖਾ ਰਿਹਾ, ਕੋਈ ਬਿਲਕੁਲ ਨਗਨ ਰਿਹਾ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੀ ਪ੍ਰਾਪਤੀ, ਤੇਰੀ ਉਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਜਿਸ ਅਵਸਥਾ ਨੂੰ ਗੁਰੂ ਅਮਰਦਾਸ ਜੀ ਕਹਿੰਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਏ। ਸਾਧ ਮਿਲਿਆ ਸਿੱਧ ਪਾਈ ਹੈ। ਗੁਰੂ ਮਿਲ ਜਾਏ ਤੇ ਉਹ ਅਵਸਥਾ ਮਿਲ ਜਾਂਦੀ ਹੈ ਜਿਸ ਅਵਸਥਾ ਦੇ ਵਿੱਚ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਈਦਾ, ਜਿਸ ਅਵਸਥਾ ਦੇ ਵਿੱਚ ਮਾਇਆ ਵਿੱਚ ਰਹਿੰਦਿਆਂ ਹੀ ਕਮਲ ਦਾ ਫੁੱਲ ਖਿੜ ਜਾਂਦਾ ਹੈ, ਚਿੱਕੜ ਵਿੱਚ ਰਹਿੰਦਿਆਂ ਹੀ। ਕਿ ਇਹ ਜੋਗ ਕੇ ਭੋਗ, ਇਹਦਾ ਮਤਲਬ ਹੈ ਗੁਰੂ ਤੋਂ ਪਤਾ ਲੱਗਿਆ ਨਾ ਜੋਗ ਕਿਸੇ ਕੰਮ ਦੇ ਤੇ ਨਾ ਭੋਗ ਕਿਸੇ ਕੰਮ ਦੇ। ਇਹ ਜੋਗ ਭੋਗ ਦੀ ਕੀਮਤ ਨਹੀਂ ਜੋ ਗੁਰੂ ਨੇ ਦੇਤਾ। ਜੋਗ ਕਮਾ ਕੇ ਵੀ ਉਹ ਨਹੀਂ ਮਿਲਣਾ ਜੋ ਗੁਰੂ ਦੀ ਕਿਰਪਾ ਨਾਲ ਮਿਲ ਜਾਂਦਾ। ਇਹਦਾ ਮਤਲਬ ਗੁਰੂ ਦਾ ਫਜ਼ਲ ਵੱਡਾ ਹੈ, ਮੇਰਾ ਕੀਤਾ ਹੋਇਆ ਅਦਲ, ਮੇਰੀ ਕੀਤੀ ਹੋਈ ਕਮਾਈ ਇਹ ਤੁੱਛ ਹੈ। ਕਿ ਜੋਗ ਕੇ ਭੋਗ, ਮੈਂ ਜੋਗ ਤੇ ਭੋਗ ਲੈ ਕੇ ਆਇਆ, ਮੈਨੂੰ ਸਤਿਗੁਰ ਭਾਗ ਲਾ ਦੇ। ਮਹਾਰਾਜ ਕਹਿੰਦੇ ਇਹ ਨਹੀਂ, ਗੁਰੂ ਦੀ ਕਿਰਪਾ ਵੱਡੀ ਹੈ। ਸਾਧ ਮਿਲੈ ਸਿੱਧ ਪਾਈ ਹੈ, ਗੁਰੂ ਮਿਲ ਗਿਆ, ਬਖਸ਼ਿਸ਼ ਹੋ ਗਈ। ਫਿਰ ਪਤਾ ਲੱਗੇਗਾ ਕਿ ਇਹ ਜੋਗ ਕੇ ਭੋਗ, ਇਹ ਗੱਗੇ ਨੂੰ ਵੀ ਔਂਕੜ ਜੋਗ ਦੇ ਤੇ ਭੋਗ ਦੇ ਵੀ ਇੱਕ ਇੱਕ ਵਚਨ। ਇਹ ਜਿੰਨੇ ਜੋਗ ਤੇ ਭੋਗ ਕਮਾਏ ਤੁਛ ਨਹੀਂ, ਦੋਹ ਮਿਲ ਕਾਰਜ ਉਪਜੈ। ਦੋਹ ਮਿਲ ਦਾ ਮਤਲਬ ਮੇਰੀ ਸੁਰਤ ਤੇ ਵਾਹਿਗੁਰੂ ਤੇਰਾ ਸ਼ਬਦ। ਜਿਸ ਦਿਨ ਇਹਨਾਂ ਦਾ ਮਿਲਾਪ ਹੋ ਗਿਆ ਨਾ, ਹਜੇ ਸਰੀਰ ਕਰਕੇ ਮੈਂ ਗੁਰੂ ਵਾਲਾ ਹਾਂ, ਦਿੱਖ ਕਰਕੇ ਮੈਂ ਗੁਰੂ ਵਾਲਾ ਹਾਂ, ਪਰ ਸੁਰਤ ਕਰਕੇ ਮੈਂ ਤੇਰੇ ਨਾਲ ਨਹੀਂ ਮਿਲਿਆ। ਜਿਸ ਦਿਨ ਸੁਰਤ, ਸਿੱਖ ਦੀ ਸੁਰਤ ਸ਼ਬਦ ਵਿੱਚ ਮਿਲ ਗਈ, ਦੋਹ ਮਿਲ, ਇਹ ਦੋ ਕਾਰਜ, ਦੋ ਮਿਲ ਹੈ, ਇਹ ਮਿਲਾਪ ਹੈ, ਇੱਕ ਸੁਰਤ ਦਾ ਤੇ ਦੂਜੇ ਸ਼ਬਦ ਦਾ। ਜੇ ਇਹ ਮਿਲ ਕੇ ਇੱਕ ਨਹੀਂ ਹੋਈ, ਫਿਰ ਮਹਾਰਾਜ ਕਹਿੰਦੇ ਬੰਦਾ ਬਾਹਰ ਦਾ ਦਿਖਾਵਾ ਹੀ ਕਰਦਾ ਹੈ, ਫਿਰ ਤੇ ਬਾਹਰ ਦਾ ਭੇਖ ਹੈ। ਇਹ ਸਤਿਗੁਰ ਜੀ ਦਾ ਬਚਨ ਹੈ ਨਾ ਕਿ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਮਹਾਰਾਜ ਜੀ ਤੇ ਬਾਣੀ ਤੱਕ ਜਾਣੀ 'ਚ ਇੱਥੋਂ ਤੱਕ ਕਹਿੰਦੇ ਆ, ਬਾਹਰੋਂ ਧਰਮੀ ਆ ਪਰ ਅੰਦਰੋਂ ਸ਼ਬਦ ਸੁਰਤ ਦਾ ਮਿਲਾਪ ਨਹੀਂ ਹੋਇਆ। ਮਹਾਰਾਜ ਜੀ ਦਾ ਬਚਨ, ਸਾਹਿਬ ਜੀ ਕਹਿੰਦੇ, ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੇ ਇਹੀ ਪੁੱਛਿਆ ਸੀ ਸਿੱਧਾ ਨੂੰ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ। ਮਹਾਰਾਜ ਜੀ ਨੇ ਕਿਹਾ ਇਹ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਨਾਲ ਸੁਰਤ ਮਿਲ ਗਈ, ਦੋਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਰੱਬ ਦੇ ਨਾਲ ਪ੍ਰਭੂ ਦੇ ਨਾਮ ਦਾ ਸੰਜੋਗ, ਰਾਮ ਨਾਮ ਪ੍ਰਭੂ ਦੇ ਨਾਮ ਦਾ ਸੰਜੋਗ, ਸ਼ਬਦ ਤੇ ਸੁਰਤ ਦੇ ਮਿਲਾਪ ਦਾ ਹੈ ਜੀ। ਲੋਗ ਜਾਣੈ ਇਹ ਗੀਤ ਹੈ,
ਇਹ ਤਉ ਬ੍ਰਹਮ ਵਿਚਾਰ ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਦੁਨੀਆ ਦੇ ਲੋਕਾਂ ਨੂੰ ਲੱਗਦਾ ਜਿਵੇਂ ਬਾਕੀ ਪੁਸਤਕਾਂ ਦੇ ਵਿੱਚ, ਬਾਕੀ ਗ੍ਰੰਥਾਂ ਦੇ ਵਿੱਚ, ਬਾਕੀ ਗਾਥਾ, ਬਾਕੀ ਹੋਰ ਜਿਹੜੇ ਉਚਾਰਨ ਕੀਤੇ ਕਿ ਉਹਦੇ ਵਰਗੀ ਇਹ ਬਾਤ ਹੈ। ਲੋਕਾਂ ਨੂੰ ਤੇ ਇਹ ਆਮ ਜੀ ਬਾਤ ਲੱਗੀ, ਇਹ ਗੀਤ ਹੀ ਲੱਗਿਆ, ਧੁਰ ਕੀ ਬਾਣੀ, ਇਹ ਖਸਮ ਕੀ ਬਾਣੀ। ਪਰ ਇਹ ਸੱਚੀ ਮੁੱਚੀ ਵਾਹਿਗੁਰੂ ਦੀ ਵਿਚਾਰ ਹੈ। ਜਿੱਧਰੋਂ ਮਰਜੀ ਇਸ ਆਦ ਅੰਤ 1430 ਵਿੱਚ ਜਿੱਧਰੋਂ ਮਰਜੀ ਕਬੀਰ ਸਾਹਿਬ ਕਹਿੰਦੇ ਕੋਈ ਅੱਖਰ ਚੱਕ ਲਓ, ਇਹ ਬ੍ਰਹਮ ਦੀ ਵਿਚਾਰ ਹੋਏਗੀ। ਇਹ ਦੁਨਿਆਵੀ ਗੱਲਾਂ ਨਹੀਂ ਹੋਣਗੀਆਂ, ਇਹ ਕਾਮਨਾਵਾਂ ਨਹੀਂ ਹੋਣਗੀਆਂ। ਜਿੱਧਰੋਂ ਜਿਹੜਾ ਮਰਜੀ ਸ਼ਬਦ ਚੱਕ ਕੇ ਤੁਸੀਂ ਪੜ੍ਹ ਲਓ, ਭਾਵੇਂ ਜਪ ਬਾਣੀ ਪੜ੍ਹ ਲਓ, ਭਾਵੇਂ ਸੋਦਰ ਰਹਿਰਾਜ ਸੋਹਿਲਾ ਪੜ੍ਹ ਲਓ, ਭਾਵੇਂ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਪੜ੍ਹ ਲਓ, ਭਾਵੇਂ ਤੁਸੀਂ ਆਨੰਦ ਸਾਹਿਬ ਪੜ੍ਹ ਲਓ, ਭਾਵੇਂ 40 ਪੌੜੀਆਂ, ਭਾਵੇਂ ਆਸਾ ਕੀ ਵਾਰ ਦੇ 5 ਸਲੋਕਾਂ ਨੂੰ 5 ਪੌੜੀਆਂ ਦੇ ਨਾਲ ਸਲੋਕ ਹੀ ਪੜ੍ਹ ਲਓ। ਕੋਈ ਇੱਕ ਸ਼ਬਦ ਪੜ੍ਹ ਲਓ, ਗਾਥਾ ਪੜ੍ਹ ਲਓ, ਸੁਫਨਹੇ ਪੜ੍ਹ ਲਓ, ਚੌਬੋਲੇ ਪੜ੍ਹ ਲਓ, ਸੰਸਕ੍ਰਿਤੀ ਸਲੋਕ ਪੜ੍ਹ ਲਓ, ਭੱਟਾਂ ਦੇ ਸਵਈਏ ਪੜ੍ਹ ਲਓ, ਸਲੋਕ ਮਹੱਲਾ ਨਾਵਾਂ ਜਾਂ ਸਲੋਕ ਵਾਰਾਂ ਤੇ ਵਧੀਕ 22 ਵਾਰਾਂ ਦੇ ਵਿੱਚੋਂ ਜਾਂ ਘੋੜੀਆਂ ਪੜ੍ਹ ਲਓ, ਜਾਂ ਅਲਾਣੀਆਂ ਪੜ੍ਹ ਲਓ, ਜਾਂ ਕਰਹਲੇ ਪੜ੍ਹ ਲਓ, ਜਾਂ ਇੱਥੋਂ ਤੱਕ ਮਹਾਰਾਜ ਕਹਿੰਦੇ ਵਣਜਾਰਾ ਬਾਣੀ ਉਹ ਵੀ ਪੜ੍ਹ ਲਓ। ਕੋਈ ਇੱਕ ਅੱਖਰ ਐਸਾ ਨਹੀਂ ਹੈ ਜਿਹੜਾ ਬ੍ਰਹਮ ਦੀ ਵਿਚਾਰ ਨਹੀਂ ਹੈ। ਜਿੱਧਰੋਂ ਮਰਜੀ ਲੋ ਉਹ ਬ੍ਰਹਮ ਦੀ ਵਿਚਾਰ ਹੈ। ਇਹ ਕੋਈ ਆਮ ਗੀਤ ਨਹੀਂ, ਇਹ ਕੋਈ ਆਮ ਗਾਥਾ ਨਹੀਂ, ਇਹਦੇ ਵਿੱਚ ਕਿਸੇ ਦੀ ਚਾਪਲੂਸੀ ਜਾਂ ਕਿਸੇ ਦੀ ਉਸਤਤ ਨਹੀਂ, ਇਹਦੇ ਵਿੱਚ ਕਿਸੇ ਦੇ ਨਾਲ ਧੱਕਾ ਨਹੀਂ। ਇੱਥੇ ਤੇ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ, ਇਹ ਹੈ, ਇਹ ਵਾਲਾ ਸੱਚ ਹੈ। ਇਹਨੂੰ ਕਿਹਾ ਲੋਕ ਜਾਣੈ ਇਹ ਗੀਤ ਹੈ। ਦੁਨੀਆ ਨੂੰ ਨਹੀਂ ਪਤਾ ਲੱਗਦਾ, ਉਹਨਾਂ ਨੂੰ ਇਹ ਆਮ ਜੀ ਗਾਥਾ ਲੱਗੇ, ਪਰ ਸੱਚ ਤੇ ਹੈ ਇਹ ਤੋਂ ਬ੍ਰਹਮ ਵਿਚਾਰ। ਇੰਨੀ ਵਿਚਾਰ ਕੀਮਤੀ ਹੈ, ਕਹਿੰਦੇ ਕਿੰਨੀ ਕੀਮਤੀ। ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਭਗਤ ਕਬੀਰ ਜੀ ਕਾਂਸ਼ੀ ਦੇ ਰਹਿਣ ਵਾਲੇ, ਜਿਹਨੂੰ ਅਸੀਂ ਕਹਿੰਦੇ ਜੀ ਕਾਂਸੀ। ਕਾਂਸੀ ਕਿੱਥੇ ਜੀ? ਕਾਂਸ਼ੀ ਹੈ ਜੀ ਬਨਾਰਸ। ਬਨਾਰਸ ਨੂੰ ਹੀ ਕਾਂਸ਼ੀ ਆਖਿਆ ਗਿਆ। ਬਨਾਰਸ ਦੀ ਧਰਤੀ 'ਤੇ ਕਬੀਰ ਸਾਹਿਬ ਰਹਿੰਦੇ, ਅਤੇ ਕਬੀਰ ਸਾਹਿਬ ਕਹਿੰਦੇ ਕਿ ਬਨਾਰਸ ਦੇ ਵਿੱਚ ਨਾ ਜਿਹੜੇ ਪੰਡਤ ਬ੍ਰਾਹਮਣ ਲੋਕ ਨੇ, ਬੰਦਾ ਮਰਨ ਲੱਗਦਾ, ਮਰਨ ਤੋਂ ਪਹਿਲਾਂ ਇੱਕ ਕਥਾ ਸੁਣਾਈ ਜਾਂਦੀ ਹੈ ਸ਼ਿਵ ਪੁਰਾਣ ਵਿੱਚੋਂ। ਜਿਉਂ ਕਾਸ਼ੀ ਉਪਦੇਸ਼ ਹੋਏ, ਉਪਦੇਸ਼ ਉਹਨੂੰ ਕਾਂਸ਼ੀ ਦਾ ਉਪਦੇਸ਼ ਆਖਿਆ ਗਿਆ। ਕਹਿੰਦੇ ਪਰ ਉਹ ਉਪਦੇਸ਼ ਮਰਨ ਵੇਲੇ ਕੰਮ ਆਉਂਦਾ, ਮਰਤੀ ਵਾਰ। ਪਰ ਕਹਿੰਦੇ ਜਿਹੜੇ ਉਪਦੇਸ਼ ਦੀ ਮੈਂ ਗੱਲ ਕਰ ਰਿਹਾ, ਕਹਿੰਦੇ ਇਹ ਉਪਦੇਸ਼ ਤੇ ਤੁਹਾਡੇ ਜਿਉਂਦੇ ਜੀ ਕੰਮ ਆਉਣ ਵਾਲਾ ਹੈ। ਕਹਿੰਦੇ ਬਨਾਰਸ ਦੇ ਵਿੱਚ ਵੀ ਸ਼ਿਵ ਪੁਰਾਣ ਜਾਂ ਸ਼ਿਵ ਕਥਾ ਜਿਹੜੀ ਸੁਣਾਈ ਜਾਂਦੀ ਹੈ, ਉਹ ਮਰਨ ਲੱਗਿਆਂ ਕੰਮ ਆਉਂਦੀ ਹੈ। ਉਹ ਕੰਮ ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਮਰਨ ਲੱਗਿਆ ਉਹ ਕੰਮ ਆਉਂਦੀ ਹੈ। ਪਰ ਇਹ ਜਿਹੜਾ ਗੀਤ, ਇਹ ਜਿਹੜੀ ਗਾਥਾ, ਇਹ ਜਿਹੜੀ ਬਾਣੀ ਦੀ ਵਿਚਾਰ ਹੈ, ਇਹ ਜਿਹੜੇ ਧੁਰ ਕੀ ਬਾਣੀ ਪ੍ਰਭੂ ਦੀ ਪ੍ਰਾਪਤੀ ਦੀ ਵਿਚਾਰ ਹੈ, ਇਹ ਜੀਵਨ ਤੇ ਮਰਨ ਦੋਨਾਂ ਦੇ ਕੰਮ ਆਉਣ ਵਾਲੀ ਹੈ ਜੀ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ। ਕੋਈ ਗਾਉਂਦਾ ਹੈ ਤੇ ਕੋਈ ਸੁਣਦਾ ਹੈ। ਕਿ ਇਸ ਕਰਕੇ ਮਹਾਰਾਜ ਹੁਣ ਗੁਰੂ ਸਾਹਿਬ ਕੋਲ ਬੜੇ ਗੁਰੂ ਕੇ ਸਿੱਖ ਆਏ ਕਿ ਸਤਿਗੁਰੂ ਜੀ ਕਿਵੇਂ ਪੜ੍ਹੀਏ, ਕਿਵੇਂ ਗਾਈਏ। ਗੁਰੂ ਨਾਨਕ ਸਾਹਿਬ ਨੇ ਇਹ ਉਪਦੇਸ਼ ਦਿੱਤਾ ਕਿ ਜੇ ਦੋ, ਇੱਕ ਗਾ ਲੇ ਤੇ ਦੂਸਰਾ ਸੁਣ ਲੇ। ਘਰ ਦੇ ਵਿੱਚ ਵੀ ਜੇ 2 ਜੀ ਨੇ, 4 ਜੀ ਨੇ, 5 ਨੇ, ਇੱਕ ਪੜ੍ਹ ਲੇ ਤੇ ਬਾਕੀ ਸੁਣ ਲੈਣ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਭਾਵੇਂ ਗਾ ਕੇ ਤੇ ਭਾਵੇਂ ਸੁਣ ਕੇ ਪ੍ਰਭੂ ਦੇ ਨਾਮ ਵਿੱਚ ਚਿੱਤ ਜ਼ਰੂਰ ਲਾਓ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਇਸ ਗੱਲ ਦੀ ਕਦੀ ਸੰਸਾ ਨਾ ਰੱਖਿਓ। ਇਹ ਐਸੀ ਹੈ ਬਖਸ਼ਿਸ਼, ਐਸਾ ਬਿਰਧ ਹੈ ਕਿ ਇੱਕ ਤਿਲ ਨਹੀਂ ਭੰਨੈ ਘਾਲੇ। ਜੇ ਕਿਸੇ ਨੇ ਇੱਕ ਤਿਲ ਵੀ ਜਪਿਆ ਹੋਇਆ, ਮਨ ਜੋੜ ਲਿਆ, ਉਹਦਾ ਜੋੜਿਆ ਹੋਇਆ ਉਹਨੂੰ ਫਲ ਦੇਗਾ ਹੀ ਦੇਗਾ। ਇਹਦਾ ਸੰਸਾ, ਇਹ ਡਰ ਨਾ ਰੱਖਿਓ ਕਿ ਪੜ੍ਹਿਆ ਕਿ ਖਰੇ ਕੀ ਬਣੇਗਾ। ਨਹੀਂ, ਕਹੋ ਕਬੀਰ ਸੰਸਾ ਨਹੀਂ, ਇਹ ਸ਼ੱਕ ਨਾ ਰੱਖੋ। ਅੰਤ ਪਰਮਗਤ ਪਾਹੇ, ਅੰਤ ਵੇਲੇ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ ਜੀ। ਗੌੜੀ ਜੇਤੇ ਜਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ।
कर्म धर्म करते बहु संजम अहं बुद्ध मन जारियो रे। सतगुरु गुरु ग्रंथ साहब जी की ਅਸੀਂ ਇੱਕ ਬਹੁਤ ਵੱਡੀ ਬਖਸ਼ਿਸ਼ ਆਉਣ ਵਾਲੇ ਦਿਨਾਂ 'ਚ ਮਨਾਉਣ ਲੱਗੇ ਹਾਂ। ਪਹਿਲਾ ਪ੍ਰਕਾਸ਼, ਉਹ ਪ੍ਰਕਾਸ਼ ਸਵੈ ਘਟ ਰਾਮ ਬੋਲੇ ਦੀ ਅਵਸਥਾ ਦ੍ਰਿੜ ਕਰਦਾ ਹੈ, ਜਾਂ ਉਹ ਅਵਸਥਾ ਇਹ ਦ੍ਰਿੜ ਕਰਦਾ ਹੈ ਘਟ ਘਟ ਵਾਸੀ ਸਰਬ ਨਿਵਾਸੀ ਨੇਰਾ ਹੀ ਤੇ ਨੇਰਾ, ਕਿ ਇਹ ਗੱਲ ਨੂੰ ਦ੍ਰਿੜ ਕੀਤੀ ਗਈ ਹੈ ਬਾਣੀ ਦੇ ਵਿੱਚ, ਉਹ ਸਭ ਦੇ ਵਿੱਚ ਮੌਜੂਦ ਹੈ ਅਤੇ ਉਹਦੇ ਵਿੱਚ ਕੋਈ ਵਿਤਕਰਾ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਇਹ ਸੱਚੀ ਮੁੱਚੀ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਕਿ ਇੱਥੇ ਸਭ ਬਰਾਬਰ ਨੇ। ਇੱਥੇ ਜੁਲਾਹਾ ਵੀ, ਇੱਥੇ ਛੀਂਬਾ ਵੀ, ਇੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਰੱਖਿਆ, ਸਭ ਬਰਾਬਰ। ਅਤੇ ਕਬੀਰ ਸਾਹਿਬ ਦੇਖੋ ਉਪਦੇਸ਼ ਦਿੰਦੇ ਆ, ਜਿਸ ਧਰਤੀ ਕਾਂਸ਼ੀ ਦੇ ਲੋਕ ਕਬੀਰ ਸਾਹਿਬ ਨੂੰ ਧੱਕੇ ਮਾਰਦੇ ਆ ਮਾੜਾ, ਇੱਥੋਂ ਤੱਕ ਵੱਡੀ ਵੱਡੀ ਹਕੂਮਤ ਦੇ ਸਾਹਮਣੇ ਕਬੀਰ ਨੂੰ ਝੁਠਲਾ ਕੇ ਅਤੇ ਕਬੀਰ ਸਾਹਿਬ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਕਿ ਖਤਮ ਕਰ ਦਿੱਤਾ ਜਾਏ, ਮਾਰ ਦਿੱਤਾ ਜਾਏ। ਉਹ ਦੁਨੀਆ ਦੇ ਲੋਕ ਪਤਾ ਨਹੀਂ ਕਿੱਥੇ ਚਲੇ ਗਏ, ਪਰ ਕਬੀਰ ਸਾਹਿਬ ਹੁਣੇ ਤੱਕ ਨੇ। ਜਿਨ੍ਹਾਂ ਨੂੰ ਮਾਰਨ ਦਾ ਯਤਨ ਕੀਤਾ ਗਿਆ ਉਹਨਾਂ ਨੂੰ ਕੋਈ ਮਾਰ ਨਹੀਂ ਸਕੇ, ਅਤੇ ਜਿਹਨੇ ਮਾਰਦੇ ਸਨ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਗਏ। ਇਸ ਕਰਕੇ ਜਿਹਦੇ ਅੰਦਰ ਰੱਬ ਦੀ ਬਖਸ਼ਿਸ਼ ਹੈ, ਝੂਠੇ ਕਰਮ ਧਰਮ ਕਰਨ ਵਾਲੇ ਕਬੀਰ ਸਾਹਿਬ ਤੋਂ ਮਚਦੇ ਸਨ। ਉਹ ਕਹਿੰਦੇ ਸਨ ਸਾਡੇ ਕਾਰੋਬਾਰ ਸਾਡੇ ਕੰਮਾਂ ਨੂੰ ਠੇਸ ਲੱਗਦੀ ਹੈ, ਕਬੀਰ ਤੁਸੀਂ ਸੱਚ ਬੋਲਦੇ ਹੋ, ਤੁਹਾਡੇ ਸੱਚ ਕਰਕੇ ਸਾਡਾ ਝੂਠ ਉਗੜ ਜਾਂਦਾ ਹੈ ਸੰਸਾਰ ਵਿੱਚ। ਤੇ ਕਬੀਰ ਸਾਹਿਬ ਨੇ ਕਿਹਾ ਮੈਂ ਤੇ ਸੱਚ ਬੋਲਾਂਗਾ। ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਸੱਚ ਨਾਲ ਹੀ ਪ੍ਰਾਪਤੀ ਹੋਣੀ ਹੈ। ਕਬੀਰ ਸਾਹਿਬ ਦਾ ਇਹ ਸ਼ਬਦ ਗੌੜੀ, ਜੇਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਰਿਓ ਰੇ। ਜਿਨੇ ਤੁਸੀਂ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਪੰਚ ਜਨਾ ਸਿਓ ਸਗਨਾ ਛੁਟਕਿਓ ਅਦਗ ਅਹੰ ਬੁੱਧ ਬਾਧੇ ਪਿਆਰੇ। ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕ। ਇਹ ਕਰਮ ਨਹੀਂ ਮਿਲਾ ਸਕੇ। ਜੇਤੇ ਯਤਨ ਕਰਤ ਤੇ ਡੂਬੇ, ਜਿੰਨੇ ਕਰਮ ਕਰ ਲਏ ਸਾਰੇ ਡੋਬ ਦਿੱਤੇ, ਸਾਨੂੰ ਡੋਬ ਦਿੱਤਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਦੀ ਕਿਰਪਾ ਬਹੁਤ ਵੱਡੀ ਹੈ, ਬਖਸ਼ਿਸ਼ ਬੜੀ ਅਸੀਮ ਹੈ। ਸਾਡੇ ਕੀਤੇ ਹੋਏ ਧਰਮ ਦੇ ਨਾਮ ਦੇ ਕਰਮ ਭਗਤ ਕਬੀਰ ਕਹਿੰਦੇ ਸਾਨੂੰ ਡੋਬ ਸਕਦੇ ਨੇ, ਪਰ ਇੱਕ ਉਹ ਜਿਨੇ ਕੋਈ ਧਰਮ ਦੇ ਕਰਮ ਵੀ ਨਹੀਂ ਕੀਤੇ, ਜਿਹਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਫਜ਼ਲ ਹੋ ਗਈ, ਉਹ ਬਿਨਾਂ ਕਰਮਾਂ ਤੋਂ ਵੀ ਪਾਰ ਹੋ ਜਾਂਦਾ। ਇੱਕ ਤੇ ਕਰਮ ਕਰਨ ਵਾਲਾ ਆਪਣੀ ਮਨਹਟ ਬੁੱਧੀ ਰੱਖਦਾ। ਇਸ ਕਰਕੇ ਜਿੰਨੇ ਕਰਮ ਧਰਮ ਕੀਤੇ ਨੇ ਭਗਤ ਕਬੀਰ ਜੀ ਕਹਿੰਦੇ ਆ ਉਹ ਸਾਨੂੰ ਪਾਰ ਨਹੀਂ ਕਰ ਸਕਦੇ। ਉਹ ਹਉਮੈ ਦਾ ਅਸੀਂ ਭਾਰ ਸਿਰ 'ਤੇ ਚੱਕੀ ਫਿਰਦੇ ਹਾਂ ਅਤੇ ਅਸੀਂ ਡੁੱਬ ਜਾਂਦੇ ਹਾਂ। ਇਹਨੂੰ ਕਿਹਾ ਸਾਗਰ ਨਹੀਂ ਤਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ ਅੰਗ ਬੁੱਧ ਮਨ ਜਾਰਿਓ ਰੇ। ਕਰਮ ਧਰਮ ਬੜੇ ਸੰਜਮ ਕੀਤੇ, ਨਹੀਂ ਜੀ ਇਵੇਂ ਸੰਜਮ ਰੱਖਣਾ, ਇਵੇਂ ਸੰਜਮ ਰੱਖਣਾ, ਪਰ ਮਨ ਦੇ ਅੰਦਰ ਤੇ ਮੈਲ ਰਹੀ ਨਾ। ਮਨ ਦੇ ਅੰਦਰ ਮਹਾਰਾਜ ਕਹਿੰਦੇ ਲੋਕੀ 68 ਤੀਰਥ ਨਹਾਈ ਕੌਰਾਪਨ ਤਉ ਨਾ ਜਾਈ। ਕੁੜਤਨ ਤੇ ਅੰਦਰ ਰਹੀ, ਕਰਮ ਧਰਮ ਕੀਤਿਆਂ ਵੀ ਮਹਾਰਾਜ ਕਹਿੰਦੇ ਅਹੰਗ ਬੁੱਧ ਮਨ ਜਾਰਿਓ ਰੇ। ਅਹੰਗ ਬੁੱਧ ਕਹਿੰਦੇ ਹਉਮੈ ਤੋਂ ਨਹੀਂ ਬਚ ਸਕੇ, ਹਉਮੈ ਨੇ ਫਿਰ ਅੰਦਰ ਸਾੜ ਦਿੱਤਾ ਜੀ। ਸਾਸ ਗ੍ਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਬਿਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਉ। ਸਾਸ ਗ੍ਰਾਸ ਕੋ ਦਾਤੋ ਠਾਕੁਰ, ਵੱਡਾ ਦਾਤਾ ਜਿਹੜਾ ਹੈ ਨਾ, ਉਹਨੂੰ ਇੰਨੀ ਵਾਰੀ ਸ਼ੁਕਰਾਨਾ ਕਰੋ ਕਿ ਜਿੰਨੀ ਵਾਰੀ ਅਸੀਂ ਸਾਹ ਲੈਂਦੇ ਹਾਂ ਅਤੇ ਜਿੰਨੀ ਵਾਰੀ ਅਸੀਂ ਗ੍ਰਾਸ ਕੁਝ ਖਾਂਦੇ ਹਾਂ। ਸਾਹ ਦੇਣ ਵਾਲਾ ਵੀ ਉਹ ਹੈ ਅਤੇ ਭੋਜਨ ਦੇਣ ਵਾਲਾ ਵੀ ਉਹ ਹੈ। ਫਿਰ ਉਹਨੂੰ ਅਸੀਂ ਗਿਣਤੀਆਂ ਮਿਣਤੀਆਂ 'ਚ ਕਿਉਂ ਚੇਤੇ ਕਰ ਰਹੇ ਹਾਂ? ਉਹਦੇ ਨਾਲ ਸੌਦੇਬਾਜ਼ੀਆਂ ਕਿਉਂ ਕਰ ਰਹੇ ਹਾਂ ਕਿ ਰੱਬ ਤੂੰ ਸਾਨੂੰ ਦੇ ਰਿਹਾ, ਅੱਛਾ ਇਹ ਦੇਂਗਾ ਅਤੇ ਇਹ ਕਰਾਂਗੇ। ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਸਾਸ ਗਰਾਸ ਇੰਨੇ ਤੂੰ ਲੈ ਲਏ, ਉਹਦਾ ਕੀ ਕੀਤਾ ਤੂੰ? ਜਿਹੜਾ ਅੱਗੇ ਦੇ ਰਿਹਾ ਉਹਦਾ ਕੀ ਕਰੇਗਾ? ਉਹਦੇ ਬਦਲੇ ਕੀ ਤੂੰ ਦੇਂਗਾ? ਕਬੀਰ ਜੀ ਕਹਿੰਦੇ ਸਿੱਧੀ ਗੱਲ ਹੈ, ਕਹਿੰਦੇ ਸੌਦੇਬਾਜ਼ੀਆਂ। ਜਿਹੜੀ ਜਾਪਾਨ ਦੀ ਘਟਨਾ ਵਾਪਰੀ ਸੀ ਕਰੋਨਾ ਦੇ ਵਿੱਚ, ਇੱਕ ਬੜਾ ਵੱਡਾ ਬੰਦਾ ਸੀ, 2 ਮਹੀਨੇ ਹੌਸਪੀਟਲ ਆਕਸੀਜਨ ਲੱਗੀ ਉਹਨੂੰ। ਉਹ ਬਚ ਕੇ ਜਦ ਉਹਦੀ ਛੁੱਟੀ ਹੋਈ ਤੇ ਕਹਿੰਦਾ ਬਾਬਾ ਬਿੱਲ। ਉਹ ਕਹਿੰਦਾ ਡਾਕਟਰ ਮੇਰੀ ਇੰਸ਼ੋਰੈਂਸ ਸੀ। ਕਹਿੰਦੇ ਤੇਰੀ ਇੰਸ਼ੋਰੈਂਸ ਤੇ ਸੀ, ਪਰ ਤੇਰੀ ਇੰਸ਼ੋਰੈਂਸ 'ਚ ਕਿੱਥੇ ਇਹ ਨਹੀਂ ਲਿਖਿਆ ਸੀ
ਕਿ 10 ਦਿਨਾਂ ਤੋਂ ਵੱਧ ਤੈਨੂੰ ਆਕਸੀਜਨ ਮਿਲੇਗੀ। ਉਹਦੇ ਵਿੱਚ 10 ਦਿਨ ਦੀ ਆਕਸੀਜਨ ਸੀ ਤੈਨੂੰ ਸਿਰ। ਕਹਿੰਦੇ ਕੀ ਫਿਰ? ਕਹਿੰਦੇ ਬਾਕੀ ਜਿਹੜੀ ਆਕਸੀਜਨ ਦਿੱਤੀ ਹੈ ਅਸੀਂ 1.5 ਮਹੀਨੇ ਦੀ। ਕਹਿੰਦੇ ਉਹਦਾ ਕਿੰਨਾ? ਕਹਿੰਦੇ ਉਹਦਾ ਬਿੱਲ ਕਰੋੜਾਂ ਰੁਪਏ ਦਾ ਆਇਆ ਹੋਇਆ, ਆ ਜਮ੍ਹਾਂ ਕਰਾ ਤੇ ਜਾ। ਕਹਿੰਦੇ ਕਮਾਲ ਹੈ। ਕਹਿੰਦੇ ਕਰੋੜਾਂ ਕਿਵੇਂ? ਕਹਿੰਦੇ ਇੱਕ ਦਿਨ ਦੀ ਆਕਸੀਜਨ ਦਾ ਬਿੱਲ ਕਹਿੰਦੇ ਲੱਖ ਰੁਪਇਆ ਇਸ ਹਸਪੀਟਲ 'ਚ। ਉਹ ਜ਼ਮੀਨ 'ਤੇ ਡਿੱਗ ਗਿਆ, ਕਹਿੰਦਾ ਹੈ ਮੇਰੇ ਖੁਦਾ, ਮੇਰੇ ਰੱਬ, ਮੇਰੇ ਪਰਵਰਦਿਗਾਰ, ਜਿਹੜੇ ਮੈਨੂੰ ਇੰਨੇ ਸਵਾਸ ਦਿੱਤੇ ਇੰਨੇ ਦਿਨਾਂ ਦੇ, ਤੂੰ ਇੱਕ ਵਾਰੀ ਨਹੀਂ, ਇੱਕ ਕੌਡੀ ਨਹੀਂ ਮੰਗੀ ਉਹਨਾਂ ਸਵਾਸਾਂ ਦੀ, ਅਤੇ ਇਹਨਾਂ ਨੇ ਮੈਨੂੰ ਮਹੀਨਾ ਆਕਸੀਜਨ ਦਿੱਤੀ ਅਤੇ ਕਹਿੰਦੇ ਇਹ ਲੱਖ ਰੁਪਏ ਆਕਸੀਜਨ ਦਾ, ਕਰੋੜਾਂ ਰੁਪਏ ਮੰਗਦੇ। ਮੈਂ ਵਾਹਿਗੁਰੂ ਕਿਵੇਂ ਸ਼ੁਕਰ ਕਰਾਂ ਤੇਰਾ, ਕਿਵੇਂ ਸ਼ੁਕਰਾਨਾ ਕਰਾਂ। ਸਾਸ ਗਿਰਾਸ ਕੋ ਦਾਤੋ ਠਾਕੁਰ, ਸਾਹ ਦੇ ਰਿਹਾ ਰੋਜ਼, ਉਹਦਾ ਸ਼ੁਕਰਾਨਾ ਕੌਣ ਕਰੇਗਾ? ਕਰਮਾਂ ਧਰਮਾਂ ਨਾਲ ਉਹਦਾ ਸ਼ੁਕਰਾਨਾ ਥੋੜ੍ਹੀ ਹੋਣਾ। ਉਹਦਾ ਸ਼ੁਕਰਾਨਾ ਤੇ ਹੋਣਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਹਰ ਸਵਾਸ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾ। ਹਰ ਦਮ ਉਹਦਾ ਸ਼ੁਕਰਾਨਾ ਕਰੀਏ। ਸਾਸ ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉਂ ਮਨੋ ਵਿਸਾਰਿਓ ਰੇ। ਐਸਾ ਠਾਕੁਰ ਕਿਉਂ ਵਿਸਰਦਾ ਹੈ? ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੈ ਹਾਰਿਓ ਰੇ। ਇਹ ਹੀਰਾ ਲਾਲ ਜੀਵਨ ਮਿਲਿਆ ਸੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਰੱਬ ਦੀ ਬੰਦਗੀ ਕਰਨ ਲਈ ਮਿਲੇ ਸੀ, ਪਰ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸ਼ੁਕਰਾਨਾ ਨਹੀਂ ਕੀਤਾ ਮਹਾਰਾਜ, ਬੰਦਗੀ ਨਹੀਂ ਕੀਤੀ, ਆਲਸ ਦੇ ਵਿੱਚ ਹੀ ਜਿਉਂਦੇ ਰਹੇ, ਸੁੱਤੇ ਰਹਿ ਗਏ ਅਸੀਂ ਜੀਵਨ ਵਿੱਚ। ਹੀਰਾ ਲਾਲ ਅਮੂਲਕ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਕੌਡੀ ਦੇ ਬਦਲੇ ਇਹ ਜੀਵਨ ਹਾਰ ਦਿੱਤਾ ਰਹਾਓ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹੀ ਵਿਚਾਰਿਓ ਰੇ। ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਤਾਰਿਓ ਰੇ। ਬੜਾ ਕਮਾਲ ਦਾ ਬਚਨ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ। ਕਿੱਥੇ ਬੰਦਗੀ ਤੇ ਜ਼ਿਕਰ ਕੀਤੀ ਨਹੀਂ, ਨਾ ਭਗਤੀ, ਨਾ ਦਰਵੇਸ਼ੀ, ਨਾ ਸਹਿਜ, ਨਾ ਨਾਮ, ਨਾ ਚੇਤਾ। ਇਹ ਲੱਗਣਾ ਚਾਹੀਦਾ ਸੀ ਤੇ ਕੀ ਲੱਗਿਆ? ਤ੍ਰਿਸ਼ਨਾ ਲੱਗ ਗਈ, ਤ੍ਰਿਖਾ ਪਿਆਸ ਲੱਗ ਗਈ ਵਿਕਾਰਾਂ ਦੀ, ਭੂਖ ਲੱਗ ਗਈ, ਅੰਦਰ ਭਰਮ ਲੱਗ ਗਏ। ਇਹੀ ਮਨ ਚਿਬੜਿਆ ਰਿਹਾ। ਮਹਾਰਾਜ ਕਹਿੰਦੇ ਕੰਚਨ ਨਾਰੀ ਮੈਂ ਜੀਹੋ ਲੁਬਤ ਹੈ, ਮੋਹ ਮੀਠਾ ਮਾਇਆ। ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਹੋਰ ਰਸ ਲੱਗ ਗਏ। ਤ੍ਰਿਸ਼ਨਾ ਭੂਖ ਇਹ ਸਭ ਲੱਗ ਗਈ। ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲੱਗ ਗਈ। ਹਿਰਦੇ ਨਾਹੇ ਵਿਚਾਰਿਓ ਰੇ। ਇਹ ਵਿਚਾਰ ਨਹੀਂ ਕੀਤਾ ਕਿ ਇਸ ਭੁੱਖ ਦਾ ਇਲਾਜ ਇਹ ਨਾਮ ਹੀ ਹੈ, ਇਸ ਤ੍ਰਿਸ਼ਨਾ ਦਾ ਇਲਾਜ ਇਹ ਨਾਮ ਹੀ ਹੈ। ਇਸ ਤ੍ਰਿਸ਼ਨਾ ਨੂੰ ਬੁਝਾਉਣ ਲਈ ਮੈਂ ਹੋਰ ਤ੍ਰਿਸ਼ਨਾ ਕਰਦਾ ਪਿਆ, ਹੋਰ ਹੋਰ ਹੋਰ। ਮਹਾਰਾਜ ਕਹਿੰਦੇ ਇਹ ਤੇ ਨਹੀਂ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰੇ। ਕਿਸੇ ਬਿਰਲੇ ਦੀ ਬੁਝਦੀ ਹੈ। ਕਿਵੇਂ? ਜਿਹੜਾ ਨਾਮ ਨਾਲ ਜੁੜ ਜੇ। ਕੋਟ ਜੋੜੈ ਲੱਖ ਕਰੋੜੈ, ਪਰੇ ਪਰੇ ਹੀ ਤੇ ਲੁਜੀ। ਮਹਾਰਾਜ ਕਹਿੰਦੇ ਪਰਾਂ ਪਰਾਂ ਹੀ ਬੰਦਾ ਕਹਿੰਦਾ ਹੋਰ 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 ਹੋਰ। ਇਹ ਕੋਈ ਬੁਝਦੀ ਥੋੜ੍ਹੀ ਹੈ। ਜੇ ਬੁਝਣੀ ਹੈ, ਹਿਰਦੈ ਨਾਹੀਂ ਵਿਚਾਰਿਓ ਰੇ। ਸ਼ਬਦ ਨਾਲ ਬੁਝਣੀ ਸੀ, ਤੂੰ ਵਿਚਾਰਿਆ ਰਹੀ। ਉਨਮਤ, ਉਨਮਤ ਕਹਿੰਦੇ ਉਮਾ, ਚਾਓ। ਕਹਿੰਦੇ ਅੰਦਰ ਜਿਹੜਾ ਚਾਓ ਹੈ 4 ਚੀਜ਼ਾਂ ਦਾ ਹੈ। ਮੇਰਾ ਨਾਮ ਹੋ ਜਾਏ, ਮੇਰੀਆਂ ਕਾਮਨਾਵਾਂ ਪੂਰੀਆਂ ਹੋ ਜਾਣ, ਮੈਨੂੰ ਦਮੜੇ ਮਿਲ ਜਾਣ, ਅਤੇ ਚੌਥਾ ਜਿਹੜਾ ਹੈ ਨਾ ਬਈ ਮੇਰੀ ਜਿਹੜੀ ਅੰਦਰ ਦੀ ਜਿਹੜੀ ਤ੍ਰਿਸ਼ਨਾ ਅਤੇ ਪਿਆਸ ਉਹ ਪੂਰਤੀ ਹੁੰਦੀ ਰਹੇ। ਬਸ ਇਹ 4 ਹੀ ਹੈ। ਕਾਮ, ਦਾਮ, ਨਾਮ ਅਤੇ ਅੰਦਰ ਜਿਹੜੀ ਭੁੱਖ ਹੈ, ਜਿਹਨੂੰ ਕਹਿੰਦੇ ਆ ਅਸੀਂ ਤ੍ਰਿਸ਼ਨਾ, ਇਹ ਹੈ। ਪਰ ਨਾਮ ਤੇ ਕਦੀ ਲੱਗਿਆ ਹੀ ਨਹੀਂ ਰੱਬ ਦਾ। ਇਹਨੂੰ ਮਹਾਰਾਜ ਕਹਿੰਦੇ ਉਨਮਤ ਮਾਨ ਹਿਰਿਓ ਮਨ ਮਾਹੀ। ਮੇਰੇ ਅੰਦਰ ਉਮੰਗ ਹੈ, ਮੇਰਾ ਵੀ ਨਾਮ ਹੋਏ, ਮੇਰੀ ਵੀ ਤੂਤੀ ਬੋਲੇ, ਮੈਂ ਵੀ ਕੁਝ ਹੁੰਨਾ। ਪਰ ਮਹਾਰਾਜ ਕਹਿੰਦੇ ਹੈ ਇਹ ਨਾਮ ਤਾਂ ਮਿਲਣਾ ਸੀ ਜਦ ਇਹ ਮਾਣ ਤਿਆਗਿਆ ਜਾਣਾ ਸੀ। ਜਦ ਸਿੱਖ ਨੇ ਕਹਿਣਾ ਸੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਅੰਦਰ ਉਮੰਗ ਹੈ ਮਾਨ ਦੀ। ਹਿਰਿਓ ਮਨ ਮਾਹੀ, ਮੇਰਾ ਮਨ ਹਿਰਿਆ ਪਿਆ, ਮੇਰਾ ਮਨ ਠਗਿਆ ਪਿਆ। ਗੁਰ ਕਾ ਸ਼ਬਦ ਨਾ ਧਾਰਿਓ ਰੇ। ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਨਹੀਂ ਵਸਾਇਆ ਜੀ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਕਰਮ ਭਾਗ ਸੰਤਨ ਸੰਗਾਨੇ,
ਕਾਸ਼ਟ ਲੋਹ ਉਧਾਰਿਓ ਰੇ। ਦੁਨੀਆ ਦੇ ਸਵਾਦਾਂ ਵਿੱਚ ਮਨ ਲੁਭਤ ਹੈ। ਸਵਾਦ ਇਕੱਲਾ ਭੋਜਨ ਦਾ ਨਹੀਂ ਹੁੰਦਾ, ਤ੍ਰਿਸ਼ਨਾ ਦਾ ਵੀ ਬੜਾ ਸਵਾਦ, ਨਿੰਦਾ ਬੜੀ ਸਵਾਦਲੀ ਲੱਗਦੀ ਹੈ, ਵਿਕਾਰ ਬਹੁਤ ਸਵਾਦ ਰਸ ਰੂਪੀ ਲੱਗਦੇ ਨੇ। ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਨ ਇੰਦਰੀ ਰਸ ਦਾ ਪ੍ਰੇਰਿਆ ਹੋਇਆ, ਜਿਹਨੂੰ ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ ਨਾ ਕਿ ਜਿਹੜਾ ਮਨ ਹੈ ਉਹ ਕਿਹੜੇ ਪਾਸੇ ਹੈ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੁਆ ਸਿਕਦਾ, ਕਾਮ ਨੇਵ ਸਦ ਪੂਜੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਮਹਾਰਾਜ ਕਹਿੰਦੇ ਇਹ ਹਾਲ ਹੈ ਅੰਦਰ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਮਦ ਕਹਿੰਦੇ ਨਸ਼ਾ, ਮਾਇਆ ਦੇ ਵਿਕਾਰਾਂ ਦੇ ਨਸ਼ਾ ਦੇ ਵਿਕਾਰ ਦੇ ਵਿੱਚ ਮਨ ਲੁਭਤ ਹੈ। ਅੱਗੇ ਕਬੀਰ ਸਾਹਿਬ ਕਹਿੰਦੇ ਕਰਮ ਭਾਗ ਸੰਤਨ ਸੰਗਾਨੇ, ਕਾਸ਼ਟ ਲੋਹ ਉਧਾਰਿਓ ਰੇ। ਚੰਗੇ ਕਰਮ ਹੁੰਦੇ, ਭਾਗ ਖੁੱਲ੍ਹਦੇ ਅਤੇ ਸੰਤਾਂ ਦਾ ਸੰਗ ਮਿਲਦਾ, ਅਤੇ ਸੰਤਾਂ ਦਾ ਸੰਗ ਮਿਲਦਾ ਅਤੇ ਜਿਵੇਂ ਲੱਕੜ ਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਨਾ, ਲੱਕੜ ਦੀ ਕਿਸ਼ਤੀ 'ਚ ਲੋਹਾ ਵੀ ਪਾਰ ਉਤਾਰਾ ਹੋ ਜਾਂਦਾ। ਕਹਿੰਦੇ ਇਸ ਤਰ੍ਹਾਂ ਕਾਸ਼ਟ ਲੋਹ ਉਧਾਰਿਓ ਰੇ। ਆਪ ਗੁਰਮੁਖਾਂ ਦੀ ਸੰਗਤ 'ਚ ਮੇਰੇ ਪਾਪੀ ਦਾ ਵੀ ਪਾਰ ਉਤਾਰਾ ਹੋ ਜਾਣਾ ਹੈ ਜੀ। ਤਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਤਾਵਤ ਜੋਨ ਜਨਮ ਭ੍ਰਮ ਥਾਕੇ, ਭੱਜੇ ਫਿਰਦੇ ਸੀ ਜਨਮਾਂ ਜਨਮਾਂਤਰਾਂ ਦੇ, ਭਰਮਦੇ ਪਏ ਫਿਰਦੇ ਸਨ, ਥੱਕ ਗਏ। ਅਬ ਦੁੱਖ ਕਰ ਹਮ ਹਾਰਿਓ ਰੇ, ਹੁਣ ਥੱਕ ਗਏ ਹਾਂ ਮਹਾਰਾਜ, ਹੁਣ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਤੋਂ ਥੱਕ ਗਏ ਹਾਂ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਸੱਚੇ ਗੁਰੂਆਂ ਦੇ ਰਾਹੀਂ, ਸੱਚੀ ਸਿੱਖਿਆ ਦੇ ਰਾਹੀਂ ਮੇਰੇ ਮਨ ਅੰਦਰੋਂ ਤ੍ਰਿਸ਼ਨਾ ਦਾ ਰਸ ਮਿਟ ਜਾਏ, ਪ੍ਰਭੂ ਦੇ ਨਾਮ ਪ੍ਰੇਮ ਦਾ ਰਸ ਮਿਲ ਜਾਏ, ਜਿਸ ਰਸ ਦੇ ਰਾਹੀਂ ਮੈਂ, ਜਿਸ ਭਗਤੀ ਰਾਹੀਂ ਇਸ ਜਨਮ ਮਰਨ ਤੋਂ ਪਾਰ ਉਤਰ ਜਾਵਾਂ ਜੀ। ਗੌੜੀ ਕਾਲ ਬੂਤ ਕੀ ਹਸਤਨੀ, ਮਨ ਬਾਉਰਾ ਰੇ। ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ, ਮਨ ਬਾਉਰਾ ਰੇ। ਅੰਕਸ ਸਯੋ ਸੀਸ। ਗੌੜੀ ਕਾਲ ਬੂਤ ਕੀ ਹਸਤਨੀ, ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਕਹਿੰਦੇ ਜਿਸ ਤਰ੍ਹਾਂ ਹਾਥੀ ਨੂੰ, ਬਾਂਦਰ ਨੂੰ, ਤੋਤੇ ਨੂੰ, ਮਿਰਗ ਨੂੰ ਕਾਬੂ ਕੀਤਾ ਜਾਂਦਾ ਹੈ ਨਾ, ਬੰਦੇ ਜਿਹੜੇ ਸ਼ਿਕਾਰੀ ਹੁੰਦੇ ਨੇ ਆਪਣੀ ਸਿਆਣਪ ਨਾਲ ਇਹਨਾਂ ਤਾਕਤਵਰ ਜੀਆਂ ਨੂੰ ਕਾਬੂ ਕਰ ਲੈਂਦੇ ਨੇ। ਇਸ ਤਰ੍ਹਾਂ ਮਾਇਆ ਨੇ ਸਾਡੀਆਂ ਇੰਦਰੀਆਂ ਨੂੰ ਕਾਬੂ ਕੀਤਾ ਹੋਇਆ, ਅਸੀਂ ਠੱਗੇ ਫਿਰਦੇ ਹਾਂ। ਕਬੀਰ ਸਾਹਿਬ ਦਾ ਇਹ ਬਚਨ ਪੜ੍ਹ ਕੇ ਫਿਰ ਸ਼ਬਦ ਦੀ ਵਿਚਾਰ ਕਰਦੇ ਹਾਂ। ਕਬੀਰ ਮਾਇਆ ਚੋਰਟੀ, ਮੁਸ ਮੁਸ ਲਾਵੈ ਹਾਟ। ਕਹਿੰਦੇ ਬੜੀ ਤੇਜ਼ ਹੈ, ਇਹ ਬੜੀ ਲੁਟੇਰੀ ਹੈ, ਲੁੱਟਣ ਵਾਲੀ ਹੈ, ਠੱਗਣ ਵਾਲੀ ਹੈ। ਇਹ ਲੁੱਕ ਲੁੱਕ ਕੇ ਠੱਗਦੀ ਹੈ ਸਾਨੂੰ, ਮੌਕਾ ਵੇਖ ਵੇਖ ਕੇ ਠੱਗਦੀ ਹੈ। ਸਾਨੂੰ ਲੱਗਦਾ ਹੈ ਸਾਨੂੰ ਕੋਈ ਨਹੀਂ ਠੱਗ ਸਕਦਾ, ਅਸੀਂ ਨਹੀਂ, ਅਸੀਂ ਤਾਂ ਧਰਮੀ ਕਰਮੀ, ਅਸੀਂ ਪਾਪ ਨਹੀਂ ਕਰ ਸਕਦੇ। ਇਹ ਫਿਰ ਆ ਕੇ ਸਾਨੂੰ ਠੱਗ ਜਾਂਦੀ ਹੈ। ਏਕ ਕਬੀਰਾ ਨਾਮ ਉਸੈ ਜਿਨ ਕੀਨੀ 12 ਬਾਟ। ਹੁਣ ਕਬੀਰ ਮਾਇਆ ਚੋਰਟੀ ਆਖਿਆ, ਚੋਰਟੀ ਦਾ ਮਤਲਬ ਲੁੱਟਣ ਵਾਲੀ, ਡਾਕੇ ਮਾਰਨ ਵਾਲੀ। ਮੁਸ ਮੁਸ ਲਾਵੈ ਹਾਟ, ਮੁਸ ਕਹਿੰਦੇ ਲੁੱਕ ਲੁੱਕ ਕੇ, ਇਹ ਮੌਕਾ ਲੱਭਦੀ ਹੈ। ਜਿਵੇਂ ਸ਼ਿਕਾਰੀ ਲੁੱਕ ਲੁੱਕ ਕੇ ਸ਼ਿਕਾਰ ਨੂੰ ਫੜਦੇ ਨੇ ਨਾ, ਜਾਲ ਲਾ ਕੇ ਲੁੱਕ ਜਾਂਦੇ ਨੇ, ਅਤੇ ਸ਼ਿਕਾਰ ਇੱਕ ਦਿਨ, 2 ਦਿਨ, ਤੀਜੇ ਦਿਨ, ਚੌਥੇ ਦਿਨ ਫਾਸੀ ਜਾਂਦਾ ਆ ਕੇ। ਜਿਵੇਂ ਪੰਛੀਆਂ ਨੂੰ ਫੜਨ ਲਈ ਦਾਣਾ ਪਾਇਆ ਜਾਂਦਾ, ਅਤੇ ਸ਼ਿਕਾਰੀ 1 ਮਹੀਨਾ ਦਾਣਾ ਪਾਉਂਦਾ ਹੈ, 1 ਮਹੀਨਾ ਲਗਾਤਾਰ। ਉਹਨੂੰ ਪਤਾ ਮਹੀਨਿਆਂ ਤੋਂ ਪਹਿਲਾਂ ਪੰਛੀਆਂ ਨੇ ਨੇੜੇ ਨਹੀਂ ਆਉਣਾ। ਰੋਜ਼ ਪੰਛੀ ਦੂਰੋਂ ਬੈਠ ਕੇ ਦੇਖ ਕੇ ਜਾਂਦੇ ਆ, ਅਤੇ ਜਿਸ ਦਿਨ ਉਹ ਦਾਣੇ ਦੇ ਨੇੜੇ ਆਉਣੇ ਸ਼ੁਰੂ ਹੁੰਦੇ ਆ ਨਾ, ਫਿਰ ਸ਼ਿਕਾਰੀ ਵੀ ਥੋੜ੍ਹਾ ਨੇੜੇ ਨੇੜੇ ਆਉਣਾ ਸ਼ੁਰੂ ਹੁੰਦਾ ਹੈ। ਜਿਸ ਦਿਨ ਪੰਛੀ ਦਾਣੇ 'ਤੇ ਬਹਿ ਜਾਂਦੇ, ਉਸੇ ਦਿਨ ਸ਼ਿਕਾਰੀ ਜਾਲ ਪਾ ਦਿੰਦਾ। ਇਵੇਂ ਹੀ ਇਹ ਬੇਕਾਰ ਨੇ, ਕਬੀਰ ਸਾਹਿਬ ਕਹਿੰਦੇ ਆ। ਸਾਨੂੰ ਲੱਗਦਾ ਜੀ ਅਸੀਂ ਧਰਮੀ ਕਰਮੀ ਹਾਂ, ਸਾਡੇ 'ਤੇ ਕਾਮ ਸਵਾਰ ਨਹੀਂ ਹੋ ਸਕਦਾ, ਅਸੀਂ ਝੂਠ ਨਹੀਂ ਬੋਲ ਸਕਦੇ, ਅਸੀਂ ਪਾਪ ਨਹੀਂ ਕਰ ਸਕਦੇ, ਅਸੀਂ ਦਇਆ ਦੇ ਭਰੇ ਹੋਏ ਹਾਂ, ਇਹ ਤਾਂ ਕਿਸੇ 'ਤੇ ਕਿਰਪਾ ਹੋਏ ਤਾਂ ਬਚ ਸਕਦਾ। ਕਬੀਰ ਸਾਹਿਬ ਕਹਿੰਦੇ ਉਹ ਮਾਇਆ ਬੈਠੀ ਲੁਕੀ ਹੋਈ, ਉਹ ਉਡੀਕ ਕਰ ਰਹੀ ਹੈ ਕਦ ਮੈਂ ਜਾਲ ਪਾਵਾਂ।
ਤੂੰ ਮਾੜਾ ਜਿਹਾ ਨੇੜੇ ਆ ਤਾਂ ਸਹੀ ਵਿਕਾਰਾਂ ਦੇ, ਉਹਨੇ ਜਾਲ ਪਾ ਕੇ ਤੈਨੂੰ ਉੱਥੇ ਹੀ ਸੁੱਟ ਦੇਣਾ, ਫਿਰ ਕੀ ਕਰੇਂਗਾ। ਕਹਿੰਦੇ ਕਿਵੇਂ? ਕਹਿੰਦੇ ਸੁਣੋ ਮਾਇਆ ਕਿਵੇਂ ਕਾਬੂ ਕਰਦੀ ਹੈ ਬੰਦੇ ਨੂੰ। ਜਿਵੇਂ ਹਾਥੀ ਕਾਬੂ ਕੀਤਾ ਜਾਂਦਾ ਹੈ, ਜਿਵੇਂ ਬਾਂਦਰ ਕਾਬੂ ਕੀਤਾ ਜਾਂਦਾ ਹੈ, ਜਿਵੇਂ ਤੋਤਾ ਕਾਬੂ ਕੀਤਾ ਜਾਂਦਾ ਹੈ। ਮੇਰੇ ਕੋਲ ਬੜਾ ਪਿਆਰਾ ਸ਼ਬਦ ਹੈ, ਇਹਨੂੰ ਇਹ ਚੇਤੇ ਰੱਖਿਓ, ਕਬੀਰ ਮਾਇਆ ਚੋਰਟੀ ਵਾਲਾ ਬਚਨ, ਮੁਸ ਲਾਵੇ ਹਾਟ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ। ਹਾਥੀ ਬੜਾ ਸਿਆਣਾ ਹੈ, ਹਾਥੀ ਨੂੰ ਕੋਈ ਬੰਦਾ ਆਪਣੀ ਤਾਕਤ ਨਾਲ ਨਹੀਂ ਫੜ ਸਕਦਾ, ਆਪਣੀ ਚਤਰਾਈ ਨਾਲ ਫੜ ਸਕਦਾ ਹੈ। ਕਾਲਬੂਤ ਕਹਿੰਦੇ ਕਾਗਜ਼, ਕਾਗਜ਼ ਦੀ ਹੱਥਨੀ ਬਣਾਈ ਜਾਂਦੀ ਹੈ ਬਿਲਕੁਲ, ਅਤੇ ਉਹਨੂੰ ਇੱਕ ਪਾਸੇ ਖੜਾ ਕਰ ਦਿੱਤਾ ਜਾਂਦਾ ਹੈ। ਜਿੱਥੇ ਕਾਲਬੂਤ ਕਾਗਜ਼ ਦੀ ਹੱਥਨੀ ਖੜੀ ਹੁੰਦੀ ਹੈ, ਉਹਦੇ ਅੱਗੇ ਬੜਾ ਵੱਡਾ ਟੋਆ ਪੱਟ ਕੇ ਨਾ, ਅਤੇ ਉਹਦੇ ਉੱਤੇ ਕੱਖਾਂ ਦੀ ਛੰਨ ਵਿਛਾ ਦਿੱਤੀ ਜਾਂਦੀ ਹੈ। ਕੱਖ ਕਹਿੰਦੇ ਆ, ਘਾਹ ਜੀ ਵਿਛਾ ਦਿੱਤੀ ਜਾਂਦੀ ਹੈ। ਅਤੇ ਹਾਥੀ ਦੂਰੋਂ ਹੱਥਨੀ ਨੂੰ ਵੇਖਦਾ, ਉਹਨੂੰ ਇਹ ਸੁਰਤ ਨਹੀਂ ਰਹਿੰਦੀ ਕਿ ਇਹ ਭਾਈ ਸੱਚੀ ਹੈ ਜਾਂ ਝੂਠੀ ਹੈ, ਇਹ ਸੱਚ ਹੈ ਜਾਂ ਝੂਠ ਹੈ, ਇਹ ਮੇਰੀ ਹੈ ਜਾਂ ਬੇਗਾਨੀ ਹੈ। ਉਹਨੂੰ ਸੁਰਤ ਨਹੀਂ ਰਹਿੰਦੀ, ਉਹਨੂੰ ਹੱਥਨੀ ਦਿਸਦੀ ਹੈ, ਉਹਨੂੰ ਇਹ ਨਹੀਂ ਪਤਾ ਕਾਗਜ਼ ਦੀ ਹੈ ਕਿ ਅਸਲ ਦੀ ਹੈ। ਉਹ ਹੱਥਨੀ ਵੱਲ ਤੁਰਿਆ ਭਜਿਆ ਜਾਂਦਾ ਬਿਲਕੁਲ ਮਸਤ ਹੋ ਕੇ, ਕਹਿੰਦੇ ਰਸਤਾ ਵੀ ਨਹੀਂ ਵੇਖਦਾ, ਉਹਦੀ ਨਜ਼ਰ ਹੱਥਨੀ ਵੱਲ ਹੁੰਦੀ ਹੈ। ਕਹਿੰਦੀ ਬਸ ਭਜਿਆ ਜਾਂਦਾ, ਇਹ ਨਹੀਂ ਪਤਾ ਅੱਗੇ ਏਡਾ ਵੱਡਾ ਟੋਆ ਪਟਿਆ ਹੋਇਆ ਹੈ ਅਤੇ ਕੱਖ ਵਿਛਾਏ ਹੋਏ ਨੇ, ਅਤੇ ਹਾਥੀ ਧਾਹ ਕਰਕੇ ਜ਼ਮੀਨ 'ਚ ਡਿੱਗ ਜਾਂਦਾ। ਕਹਿੰਦੇ ਬੜੇ ਦਿਨ ਹਾਥੀ ਆਪਣਾ ਬਲ ਨਹੀਂ ਛੱਡਦਾ, ਤਕਰੀਬਨ 2 ਮਹੀਨੇ ਦਾ ਪ੍ਰੋਸੈਸ ਹੈ ਹਾਥੀ ਨੂੰ ਫੜਨ ਦਾ। ਇਹ ਸਾਊਥ ਵਾਲੇ ਪਾਸੇ ਵੀ ਜਿਵੇਂ ਫੜੇ ਜਾਂਦੇ, ਜਾਂ ਥਾਈਲੈਂਡ 'ਚ ਹਾਥੀ, ਮੈਂ ਪੁੱਛਿਆ ਸੀ ਉੱਥੇ ਜਿਹੜੇ ਥਾਈਲੈਂਡ ਰਿਹਾ, ਇਹ ਕਿਵੇਂ ਤੁਸੀਂ ਫੜਦੇ ਹੋ? ਦੱਸਿਆ ਸੀ ਕਿ 3-3 ਮਹੀਨੇ ਲੱਗ ਜਾਂਦੇ ਹਾਥੀ ਨੂੰ ਫੜਦੇ, 2-2 ਮਹੀਨੇ। ਹਾਥੀ ਜਦ ਡਿੱਗ ਜਾਂਦਾ ਤੇ ਆਪਣਾ ਬਲ ਨਹੀਂ ਤਿਆਗਦਾ, ਉਹ ਬਿਲਕੁਲ ਨਹੀਂ। ਜਦ ਉਹਦਾ ਵਸ ਸਰੀਰ ਦੀ ਤਾਕਤ ਮਹੀਨਾ 1.5 ਮਹੀਨੇ ਬਾਅਦ ਜਦ ਘੱਟ ਹੁੰਦੀ ਹੈ ਨਾ, ਭੁੱਖਾ ਰਹਿ ਸਕਦਾ ਹਾਥੀ ਇੰਨਾ ਚਿਰ, ਪਿਆਸਾ ਨਹੀਂ ਰਹਿ ਸਕਦਾ। ਪਰ ਜਦ ਉਹਨੂੰ ਪਾਣੀ ਮਹੀਨਾ, ਜਦ ਉਹ ਪੂਰਾ ਐ ਖਤਮ ਹੋ ਜਾਂਦਾ ਨਾ ਸਰੀਰ ਉਹਦਾ, ਫਿਰ ਇੱਕ ਖਾਸ ਕਿਸਮ ਦੀ ਚੀਕ ਮਾਰਦਾ, ਉਹ ਖਾਸ ਕਿਸਮ ਦੀ ਚਿੰਗਿਆੜਾ। ਜਿਸ ਵੇਲੇ ਉਹ ਚਿੰਗਿਆੜਾ, ਉਸ ਤੋਂ ਪਹਿਲਾਂ ਉਸ ਤਰ੍ਹਾਂ ਚਿੰਗਿਆੜਦਾ ਨਹੀਂ ਹੈ, ਉਹ ਆਪਣੇ ਬਲ ਦਾ ਚਿੰਗਿਆੜਦਾ ਹੈ। ਜਿਸ ਵੇਲੇ ਉਹ ਚਿੰਗਿਆੜ ਮਹਾਵਤ, ਉਹ ਆਵਾਜ਼ ਪਛਾਣ ਜਾਂਦੀ ਹੈ, ਭਾਵੇਂ ਉਹ ਅੱਧੀ ਰਾਤੀ ਚਿੰਗਾੜੇ, ਭਾਵੇਂ ਜਦ ਮਰਜ਼ੀ ਚਿੰਗਿਆੜੇ। ਜਿਸ ਵੇਲੇ ਉਹ ਚਿੰਗਿਆੜ ਮਾਰਦਾ, ਮਹਾਵਤ ਸ਼ਿਕਾਰੀ ਸਮਝ ਜਾਂਦੇ ਆ ਇਹਨੇ ਸਰੈਂਡਰ ਕਰਤਾ, ਬਸ ਉਹਨੂੰ ਰੱਸੇ ਪਾ ਕੇ ਖਿੱਚ ਲਿਆ ਜਾਂਦਾ। ਫਿਰ ਉਹ ਆਪਣੇ ਆਪ ਨੂੰ ਗੁਲਾਮ ਬਣਾ ਦਿੰਦਾ ਉਹਨਾਂ ਦੇ ਅੱਗੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਾਇਆ 1 ਜਾਂ 2 ਦਿਨ ਜਾਂ 3 ਦਿਨ ਤੇਰੇ ਪਿੱਛੇ ਪੈ ਕੇ ਤੇਰਾ ਖਹਿੜਾ ਨਹੀਂ ਛੱਡਣ ਵਾਲੀ। ਉਹ ਤੈਨੂੰ ਟੋਏ ਵਿੱਚ ਉਨੇ ਚਿਰ ਤੱਕ ਸੁੱਟ ਕੇ ਰੱਖੇਗੀ, ਮਾਇਆ ਦੇ ਗਲਤਾਨ ਦੇ ਭੈੜੀਆਂ ਬਿਰਤੀਆਂ ਦੇ, ਜਿੰਨਾ ਚਿਰ ਤੱਕ ਤੇਰੇ ਚਿੰਗਿਆੜੇ ਨਾ ਨਿਕਲ ਜਾਣ ਬੰਦਿਆ, ਜਿੰਨਾ ਚਿਰ ਤੱਕ ਤੂੰ ਚੀਕਾਂ ਨਾ ਮਾਰੇ। ਚੀਕਾਂ ਮਾਰੇਗਾ ਤੇ ਸਮਰਪਣ ਕਰੇਗਾ ਨਾ, ਇਹ ਰੱਬ ਦੀ ਬਣਾਈ ਹੋਈ ਹੈ। ਹੁਣ ਕਹਿੰਦੇ ਕਾਲਬੂਤ ਕੀ ਹਸਤਨੀ, ਕਾਗਜ਼ ਦੀ ਹੱਥਨੀ ਵੇਖ ਕੇ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਇਹ ਰੱਬ ਦੀ ਬਣਾਈ ਹੈ ਮਾਇਆ, ਇਹ ਰੱਬ ਨੇ ਹੀ ਬਣਾ ਕੇ ਸਾਨੂੰ ਟੱਠੇ ਖੂਹ 'ਚ ਸੁੱਟਣਾ। ਕਾਮ ਸਵਾਏ ਗੱਜ ਬਸ ਭਰੇ, ਕਾਮ ਦੇ ਸਵਾਦ ਵਿੱਚ, ਸਵਾਏ ਦਾ ਮਤਲਬ ਸਵਾਦ, ਗੱਜ ਦਾ ਮਤਲਬ ਹਾਥੀ, ਗੱਜ ਵਸ ਹੋ ਜਾਂਦਾ ਹੈ। ਕਾਮ ਸਵਾਏ ਗੱਜ ਵਸ ਭਰੇ, ਮਨ ਬੌਰਾ ਰੇ ਅੰਕਸ਼ ਸਹਿਓ ਸੀਸ। ਜਿਹੜਾ ਜੰਗਲਾਂ ਦੇ ਵਿੱਚ ਐਂ ਟੌਰ ਨਾਲ ਫਿਰਦਾ ਸੀ ਹਾਥੀ, ਹੁਣ ਉਹ ਗੁਲਾਮ ਬਣ ਕੇ ਮਹਾਵਤ ਦੀਆਂ ਲੱਤਾਂ, ਇੱਕ ਮਾਤੜ ਜੇ ਇੱਕ ਬੱਚੇ ਦੀਆਂ ਲੱਤਾਂ ਥੱਲੇ ਵੀ ਕਾਬੂ ਆ ਜਾਂਦਾ ਹਾਥੀ, ਮਹਾਵਤ ਦਾ ਬੱਚਾ ਵੀ ਉਹਨੂੰ ਕਾਬੂ ਕਰ ਲੈਂਦਾ। ਅੰਕਸ਼ ਸਹਿਓ ਸੀਸ, ਇੱਕ ਲੋਹੇ ਦੇ ਟੁਕੜੇ ਦੀ ਗੁਲਾਮੀ ਕਰਦਾ। ਉਸ ਕਰਕੇ ਮਹਾਰਾਜ ਕਹਿੰਦੇ ਸਾਡਾ ਮਨ ਜਿਹੜਾ ਨਾ ਮਾਇਆ ਦੇ ਪ੍ਰਭਾਵ ਦੇ ਵਿੱਚ ਜਦ ਫਸ ਜਾਏ, ਫਿਰ ਮਾਇਆ ਦੀ ਗੁਲਾਮੀ ਕਰਦਾ ਹੈ ਜੀ। ਵਿਖੇ ਬਾਚ ਹਰ ਰਾਚ ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਗਇਓ ਨ ਰਾਮ ਜਹਾਜ ਰਹਾਉ। ਵੈਸੇ ਇੱਥੇ ਮੋਟੇ-ਮੋਟੇ 4 ਵਿਕਾਰਾਂ ਦਾ ਜ਼ਿਕਰ ਕੀਤਾ ਹੈ। ਪਹਿਲਾਂ ਕਾਮ ਦਾ ਜ਼ਿਕਰ ਕੀਤਾ, ਫਿਰ ਉਸ ਤੋਂ ਬਾਅਦ ਲਾਲਚ ਦਾ, ਫਿਰ ਉਸ ਤੋਂ ਬਾਅਦ ਡਰ ਦਾ। ਚਲੋ ਇਹ ਅਸੀਂ ਫਿਰ ਵਿਚਾਰਦੇ ਹਾਂ ਸ਼ਬਦ ਦੀ ਸਮਾਪਤੀ 'ਤੇ। ਵਿਖੇ ਬਾਚ, ਕਾਮ ਦਾ ਰਸ ਜ਼ਹਿਰ ਹੈ, ਪਰ ਨਾਰੀ ਦੇ ਨਾਲ ਜੇ ਕੋਈ ਧੰਦਾ ਘਾਲਦਾ ਨਾ, ਮਹਾਰਾਜ ਕਹਿੰਦੇ ਕਿ ਨਿਜ ਨਾਰੀ ਦੇ ਨਾਲ ਤੂੰ ਨਹੀਂ ਕੀਤਾ, ਪਰ ਨਾਰੀ ਦੇ ਨਾਲ ਧੰਦਾ ਘਾਲਿਆ, ਤੂੰ ਸਮਝ ਤੇਰੀ ਬਿਰਤੀ ਗੁਲਾਮ ਹੋ ਗਈ।
ਤੇ ਤੂੰ ਜ਼ਹਿਰ ਵਿੱਚ ਫਸ ਗਿਆ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈਂ। ਤੂੰ ਢੱਠੇ ਖੂਹ 'ਚ ਡਿੱਗ ਗਿਆ ਜੇ ਤੂੰ ਕਾਮ ਦੇ ਵਸ ਆ ਗਿਆ। ਤੂੰ ਕਾਮ ਨੂੰ ਕਿਵੇਂ ਜਿੱਤਣਾ ਹੈ? ਕਬੀਰ ਸਾਹਿਬ ਕਹਿੰਦੇ ਜ਼ਹਿਰ ਤੋਂ ਬਚ, ਹਰ ਰਾਤ ਰੱਬ ਦੇ ਸਿਮਰਨ ਵਿੱਚ ਜੁੜ, ਸਮਝ ਮਨ ਬੌਰਾਰੇ, ਆਪਣੇ ਮਨ ਨੂੰ ਪਾਪ ਕਰਨ ਤੋਂ ਬਚਾ। ਸਮਝਾ ਇਸ ਮਨ ਨੂੰ ਕਿ ਇਹ ਠੀਕ ਨਹੀਂ ਹੈ। ਇਹ ਕੀਤਾ ਹੋਇਆ ਨਿਮਕ ਕਾਮ ਦਾ ਜਿਹੜਾ ਰਸ ਹੈ ਨਾ, ਇਹ ਮਹਾਰਾਜ ਕਹਿੰਦੇ ਹੈ, ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਭਰਮਾਵਣੈ। ਇਹ ਨਰਕਾਂ ਦੇ ਖੂਹ ਵਿੱਚ ਤੈਨੂੰ ਸੁੱਟ ਦੇਗਾ ਕਾਮ ਦਾ ਸਵਾਦ। ਇਹ ਤੋਂ ਬਚ ਲੈ, ਮਨ ਨੂੰ ਸਮਝਾ ਲੈ। ਹਜੇ ਵੀ ਸਮਾਂ, ਜਿਸ ਵੇਲੇ ਢੱਠੇ ਖੂਹ 'ਚ ਡਿੱਗ ਗਿਆ ਫਿਰ ਕੋਈ ਫਿਰ ਬਚਾਉਣ ਵਾਲਾ ਨਹੀਂ। ਸਮਝ ਮਨ ਬੌਰਾਰੇ, ਨਿਰਭੈ ਹੋਏ ਨਾ ਹਰ ਭਜੈ। ਕਾਮ ਦੇ ਵਿੱਚ ਫਸਿਆ ਹੋਇਆ ਬੰਦਾ, ਡਰ ਵਿੱਚ ਫਸਿਆ ਹੋਇਆ ਬੰਦਾ, ਲੋਭ ਵਿੱਚ ਫਸਿਆ ਹੋਇਆ ਬੰਦਾ ਕਦੀ ਵੀ, ਜਾਂ ਮਨ ਦੇ ਅੰਦਰ ਦੀ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਬੰਦਾ ਕਦੀ ਵੀ ਰੱਬ ਨੂੰ ਨਿਡਰ ਹੋ ਕੇ ਨਹੀਂ ਧਿਆਉਂਦਾ। ਉਹ ਲਾਲਚ ਵਿੱਚ, ਡਰ ਵਿੱਚ ਹੀ ਧਿਆਉਂਦਾ। ਇਹ ਚੀਜ਼ ਮਿਲ ਜਾਏ, ਇਹ ਚੀਜ਼ ਮਿਲ ਜਾਏ। ਇਹ ਕਿਵੇਂ ਮਿਲੇਗੀ? ਨਿਰਭੈ ਹੋਏ ਨਾ ਹਰ ਭਜੈ, ਮਨ ਭਜੇ ਮਨ ਬੌਰਾਰੇ, ਗਇਓ ਨਾ ਰਾਮ ਜਹਾਜ਼। ਤੂੰ ਕਦੀ ਰੱਬ ਦੀ ਆਸਥਾ, ਰੱਬ ਦੀ ਅਵਸਥਾ, ਰੱਬ ਦੇ ਜਹਾਜ਼ 'ਤੇ ਨਹੀਂ ਚੜ੍ਹਿਆ, ਰੱਬ ਦਾ ਸਹਾਰਾ ਨਹੀਂ ਲਿਆ, ਫਿਰ ਤੇਰੇ ਜੀਵਨ ਦਾ ਕੀ ਲਾਹਾ ਰਹਾਓ। ਮਰਕਟ ਮੁਸਟੀ ਅਨਾਜ ਕੀ ਮਨ ਬੌਰਾਰੇ, ਲੀਨੀ ਹਾਥ ਪਸਾਰ। ਛੂਟਨ ਕੋ ਸਹਿਸਾ ਪਰਿਆ ਮਨ ਬੌਰਾਰੇ, ਨਾਚਿਓ ਕਰ ਕਰ ਬਾਰ। ਮਾਇਆ ਕਿਵੇਂ ਕਿਵੇਂ ਫਸਾਉਂਦੀ ਹੈ। ਬੰਦਾ ਕਹਿੰਦਾ ਮੈਨੂੰ ਕੋਈ ਨਹੀਂ ਫਸਾ ਸਕਦਾ, ਮੈਂ ਬੜਾ ਧਰਮੀ ਹਾਂ, ਮੈਂ ਬੜਾ ਆਜ਼ਾਦ ਸੋਚਦਾ। ਕਹਿੰਦੇ ਬਾਂਦਰ ਵੀ ਬੜਾ ਆਜ਼ਾਦ ਹੁੰਦਾ। ਕਹਿੰਦੇ ਉਹ ਇੰਨੀਆਂ ਤੇਜ਼ ਤੇਜ਼ ਲੁੱਡੀਆਂ ਤੇ ਛਾਲਾਂ ਮਾਰਦਾ, ਉਹਨੂੰ ਕੋਈ ਕਾਬੂ ਨਹੀਂ ਕਰ ਸਕਦਾ। ਇੱਕ ਰੁੱਖ ਤੋਂ ਦੂਸਰੇ ਰੁੱਖ, ਮੀਲਾਂ ਦੇ ਮੀਲ ਟੱਪ ਜਾਂਦੇ ਬੰਦਰ, ਪਰਵਾਹ ਨਹੀਂ ਕਰਦੇ ਕਿਸੇ ਦੀ। ਅਤੇ ਬੰਦਰ ਨੂੰ ਫੜਨ ਦੀ ਫਿਰ ਤਕਨੀਕ ਬੰਦੇ ਕੋਲ ਹੈ, ਮਦਾਰੀ ਕੋਲ ਹੈ। ਉਹ ਟੋਆ ਪੱਟਦਾ ਹੈ, ਟੋਏ ਦੇ ਵਿੱਚ ਇੱਕ ਕੁੱਜਾ ਕਹਿੰਦੇ ਭਾਂਡਾ, ਗੜਵੀ ਜੀ, ਉਹਦੇ ਵਿੱਚ ਘੂੰਗਣੀਆਂ ਕਹਿੰਦੇ ਛੋਲੇ। ਆਹ ਪੰਜਾਬੀ ਸਾਰੀ ਮੈਂ ਗੁਰਮੁਖੀ ਵਰਤ ਰਿਹਾ ਤਾਂ ਕਿ ਸਾਨੂੰ ਪੰਜਾਬੀ ਆ ਜਾਏ। ਉਹ ਕੁੱਜੇ ਦੇ ਵਿੱਚ ਘੂੰਗਣੀਆਂ ਪਾ ਕੇ ਮਿੱਟੀ ਵਿੱਚ ਦੱਬ ਦਿੰਦਾ, ਅਤੇ ਉਸ ਕੁੱਜੇ ਦਾ ਜਿਹੜਾ ਮੂੰਹ ਹੁੰਦਾ ਨਾ ਬੜਾ ਬਰੀਕ ਹੁੰਦਾ, ਇੰਨਾ ਜਿਹਾ ਹੁੰਦਾ, ਹੱਥ 'ਤੇ ਪੈ ਜਾਂਦਾ ਬਾਂਦਰ ਦਾ। ਪਰ ਜਦ ਅੰਦਰ ਉਹ ਘੂੰਗਣੀਆਂ ਦੀ ਮੁੱਠੀ ਭਰਦਾ, ਉਹਦਾ ਹੱਥ ਫਸ ਜਾਂਦਾ। ਹੁਣ ਬਾਂਦਰ ਸਿਆਣਾ ਬੜਾ ਹੈ, ਪਰ ਜਦ ਮਾਇਆ ਨੇ ਫਸਾਉਣਾ ਹੋਏ ਬੰਦੇ ਨੂੰ ਮਾਇਆ ਇਵੇਂ ਫਸਾਉਂਦੀ ਹੈ ਜਿਵੇਂ ਬਾਂਦਰ ਇੱਕ ਕੁੱਜੇ ਵਿੱਚ ਆਪਣੇ ਆਪ ਨੂੰ ਫਸਾ ਲੈਂਦਾ। ਕਿਸੇ ਨੂੰ ਪਕੜਿਆ ਤੇ ਨਹੀਂ ਬਾਂਦਰ ਨੇ ਆਪਣਾ ਆਪ ਹੀ ਆਪਣੇ ਆਪ ਨੂੰ ਪਕੜਾ ਦਿੱਤਾ, ਆਪਣਾ ਆਪ ਹੀ ਫਸਾ ਲਿਆ। ਤੇ ਮਹਾਰਾਜ ਕਹਿੰਦੇ ਤੂੰ ਲਾਲਚ ਵਿੱਚ ਬੰਦਿਆ ਆਪਣੇ ਆਪ ਨੂੰ ਆਪ ਹੀ ਫਸਾਇਆ ਹੋਇਆ, ਲਾਲਚ ਨੇ ਤੈਨੂੰ ਨਹੀਂ ਫਸਾਇਆ ਹੋਇਆ, ਤੈਨੂੰ ਗ੍ਰਸਤ ਨੇ ਨਹੀਂ ਫਸਾਇਆ ਹੋਇਆ। ਤੂੰ ਕਹੇ ਨਹੀਂ ਜੀ ਮੈਂ ਤੇ ਗ੍ਰਸਤ 'ਚ ਫਸਿਆ ਹੋਇਆ, ਮੈਂ ਤੇ ਜੀ ਇਹਨਾਂ ਜ਼ਿੰਮੇਵਾਰੀਆਂ ਵਿੱਚ ਫਸਿਆ ਹੋਇਆ। ਮਹਾਰਾਜ ਕਹਿੰਦੇ ਜਿਵੇਂ ਬੰਦਰ ਆਪਣੇ ਆਪ ਨੂੰ ਫੜਾ ਲੈਂਦਾ ਹੈ, ਜਿਵੇਂ ਬੰਦਰ ਸੋਚਦਾ ਮੈਂ ਫਸ ਗਿਆ, ਬਸ ਮੁੱਠੀ ਨਹੀਂ ਖੋਲ੍ਹਦਾ। ਮੁੱਠੀ ਖੋਲ੍ਹ ਦੇ ਤੇ ਫਿਰ ਭੱਜ ਜਾਏਗਾ, ਨਿਕਲ ਜਾਏਗਾ। ਉਹਨੂੰ ਲੱਗਦਾ ਜੇ ਮੈਂ ਘੁੰਗੜੀਆਂ ਛੱਡਤੀਆਂ ਮੈਂ ਭੁੱਖਾ ਮਰ ਜਾਵਾਂਗਾ, ਮੈਂ ਖਾਵਾਂਗਾ ਕੀ। ਉਹਨੂੰ ਇਹ ਨਹੀਂ ਪਤਾ ਤੇਰੇ ਲਈ ਜੰਗਲਾਂ ਦੇ ਜੰਗਲ, ਜਿੱਧਰ ਮਰਜ਼ੀ ਛਾਲਾਂ ਮਾਰ। ਅੱਜ ਤੋਂ ਬਾਅਦ ਜੇ ਤੂੰ ਮੁੱਠੀ ਨਹੀਂ ਖੋਲੀ ਫਿਰ ਮਦਾਰੀ ਤੈਨੂੰ ਆਪਣੀ ਮਰਜ਼ੀ ਨਾਲ ਖਿਲਾਏਗਾ, ਤੂੰ ਆਪਣੀ ਮਰਜ਼ੀ ਨਾਲ ਨਹੀਂ ਖਾਏਗਾ। ਹੋ ਸਕਦਾ ਤੈਨੂੰ ਭੁੱਖਾ ਹੀ ਰੱਖੇ, ਨਚਾਏ। ਇਹ ਹਾਲ ਕਬੀਰ ਸਾਹਿਬ ਕਹਿੰਦੇ ਸਾਡੇ ਲੋਭ ਵਾਲੇ ਬਸ ਪ੍ਰਾਣੀਆਂ ਦੀ। ਸਾਨੂੰ ਲੱਗਦਾ ਜੇ ਇਹ ਕੰਮ ਨਾ, ਇਹ ਚੀਜ਼ ਨਾ ਹੋਈ ਫਿਰ ਕੀ ਹੋਏਗਾ। ਮਹਾਰਾਜ ਕਹਿੰਦੇ ਲੋਭ ਵਸ ਬੰਦਾ ਗੁਲਾਮੀ ਕਰਦਾ ਰਹਿ ਜਾਂਦਾ। ਕਈ ਵਾਰੀ ਆਪਣੇ ਮਨ ਦੇ ਅੰਦਰ ਦੀਆਂ ਸੰਭਾਵਨਾ ਨੂੰ ਸਮਝਦਾ ਹੀ ਨਹੀਂ ਕਿ ਰੱਬ ਨੇ ਕਿੰਨੀਆਂ ਅੰਦਰ ਸੰਭਾਵਨਾ ਦਿੱਤੀਆਂ ਨੇ, ਅੱਗੇ ਕਿੰਨਾ ਕੁਛ ਹੈ। ਉਸੇ ਦੁੱਖ 'ਚ ਜੇ ਇਹ ਨਾ ਹੋਏ, ਇਹ ਨਾ ਹੋਏ ਤੇ ਫਸਿਆ ਹੋਇਆ। ਮਹਾਰਾਜ ਕਹਿੰਦੇ ਹੋਰ ਕਿੰਨਾ ਕੁਝ ਹੈ, ਉਹਨੂੰ ਦਿਸਦਾ ਹੀ ਨਹੀਂ। ਫਿਰ ਮਰਕਟ ਮੁਸ਼ਟੀ ਅਨਾਜ ਕੀ, ਮਰਕਟ ਕਹਿੰਦੇ ਆ ਬਾਂਦਰ ਨੂੰ, ਮੁਸ਼ਟੀ ਮਟਕੀ ਕਹਿੰਦੇ ਅਨਾਜ ਦੀ ਮਟਕੀ ਦੇ ਵਿੱਚ। ਮਨ ਬੌਰਾਲੇ ਲੀਨੀ ਹਾਥ ਫਸਾਰ, ਆਪਣੇ ਹੱਥ ਨੂੰ ਹੀ। ਉਹ ਭਲਿਆ ਬੰਦਰ ਛੱਡ ਦੇ ਮੁੱਠੀ, ਨਹੀਂ ਮੈਂ ਭੁੱਖਾ ਮਰ ਜਾਵਾਂਗਾ। ਛੂਟਨ ਕੋ ਸਹਿਸਾ ਪਰਿਓ, ਉਹ ਮੁੱਠੀ ਛੱਡਣ ਲੱਗਿਆ, ਉਹਨੂੰ ਡਰ ਲੱਗਦਾ ਮੈਂ ਭੁੱਖਾ ਮਰ ਜਾਵਾਂਗਾ। ਕਹਿੰਦੇ ਫਿਰ ਠੀਕ ਹੈ ਨਾ ਛੱਡ। ਨਾਚਿਓ ਘਰ ਘਰ ਬਾਹਰ, ਪਹਿਲਾਂ ਤਾਂ ਆਪਣੀ ਮੌਤ 'ਚ ਤੂੰ ਛਾਲਾ ਮਾਰਦਾ ਸੀ, ਅੱਜ ਤੋਂ ਬਾਅਦ ਗਲ 'ਚ ਰੱਸਾ ਪਾ ਕੇ ਤੈਨੂੰ ਨਚਾਇਆ ਜਾਏਗਾ। ਬਸ ਲਾਲਚ ਵਿੱਚ ਮਾਇਆ ਸਾਨੂੰ ਨਚਾਉਂਦੀ ਹੈ ਜੀ। ਜਿਉ ਨਲਨੀ ਸੁਵਟਾ ਗਹਿਓ ਮਨ ਬੌਰਾਰੇ, ਮਾਇਆ ਏ ਬਿਵਹਾਰ।
जैसा रंग कसुंभ का मन बौरा रे त्यों पसरियो पासार। ਤੋਤੇ ਨੂੰ ਕਾਬੂ ਕਰਨ ਲਈ ਰੱਸੀ ਉੱਤੇ ਬਾਂਸ ਦੀ ਨਲੀ ਚੜਾ ਦਿੱਤੀ ਜਾਂਦੀ ਹੈ। ਥੱਲੇ ਪਾਣੀ ਦਾ ਬੜਾ ਵੱਡਾ ਭਾਂਡਾ ਰੱਖ ਦਿੱਤਾ ਜਾਂਦਾ, ਬਰਤਨ ਟੱਬ ਭਰ ਕੇ ਪਾਣੀ ਦਾ। ਤੋਤਾ ਤੇ ਉੱਥੇ ਮਿਰਚਾਂ ਮੁਰਚਾਂ ਦਾਣਾ ਲਾ ਦਿੱਤਾ ਜਾਂਦਾ। ਤੋਤਾ ਜਦ ਨਲਨੀ ਤੇ ਆ ਕੇ ਬੈਠਦਾ, ਉਹ ਨਲਨੀ ਰੱਸੀ ਉੱਤੇ ਆਉਂਦੀ ਹੈ, ਉਹ ਤਿਲਕ ਕੇ ਪੁੱਠੀ ਹੋ ਜਾਂਦੀ ਹੈ। ਤੋਤਾ ਪੁੱਠਾ ਹੋ ਜਾਂਦਾ। ਤੋਤੇ ਦੇ ਪੈਰਾਂ ਥੱਲੇ ਅਸਮਾਨ ਹੁੰਦਾ ਹੈ ਤੇ ਉਹਦੇ ਸਿਰ ਥੱਲੇ ਪਾਣੀ ਹੁੰਦਾ। ਹੁਣ ਤੋਤਾ ਖੰਭ ਪਸਾਰ ਕੇ ਉੱਡ ਸਕਦਾ, ਪਰ ਉਹਦੇ ਮਨ 'ਚ ਡਰ ਪੈਦਾ ਹੋ ਜਾਂਦਾ, ਜੇ ਮੈਂ ਨਲਨੀ ਨੂੰ ਛੱਡ ਦਿੱਤਾ ਤੇ ਮੈਂ ਸਿੱਧਾ ਪਾਣੀ 'ਚ ਨਾ ਡੁੱਬ ਜਾਵਾਂ, ਮੈਂ ਪਾਣੀ 'ਚ ਡੁੱਬ ਜਾਵਾਂਗਾ, ਮੇਰੇ ਉੱਤੇ ਪਾਣੀ ਆ ਗਿਆ, ਪਾਣੀ 'ਚ ਡੁੱਬ ਜਾਵਾਂਗਾ। ਤੋਤਾ ਉੱਡ ਸਕਦਾ, ਤੋਤੇ ਦੀ ਸਮਰੱਥਾ ਹੈ। ਮਹਾਰਾਜ ਕਹਿੰਦੇ ਮਨ ਤੇਰੇ ਅੰਦਰ ਸਮਰੱਥਾ ਹੈ ਦੁੱਖਾਂ ਸੁੱਖਾਂ ਤੋਂ ਉੱਡਣ ਦੀ, ਵਿਕਾਰਾਂ ਤੋਂ ਉਡਾਰੀ ਮਾਰਨ ਦੀ, ਲੋਭ ਤੋਂ ਉਡਾਰੀ ਮਾਰਨ ਦੀ, ਕਲੇਸ਼ਾਂ ਤੋਂ ਵੀ ਉੱਡਣ ਦੀ। ਤੂੰ ਉੱਠ ਸਕਦਾ ਕਲੇਸ਼ਾਂ ਤੋਂ ਵੀ, ਤੂੰ ਇਸ ਭਵ ਸਾਗਰ ਦੀ ਅੱਗ ਤੋਂ ਉਡਾਰੀ ਮਾਰ ਸਕਦਾ, ਪਰ ਤੈਨੂੰ ਲੱਗਦਾ ਜੇ ਮੈਂ ਛੱਡਤਾ ਤੇ ਮੈਂ ਡੁੱਬ ਜਾਵਾਂਗਾ। ਮਹਾਰਾਜ ਕਹਿੰਦੇ ਬਸ ਜਿਉਂ ਨਲਨੀ ਸੋਟਾ ਗਏ ਹੋ। ਸੋਟਾ ਕਹਿੰਦੇ ਤੋਤੇ ਨੂੰ। ਮਨ ਬੌਰਾ ਰੇ ਮਾਇਆ ਇਹ ਵਿਵਹਾਰ, ਮਾਇਆ ਇਵੇਂ ਫਸਾ ਕੇ ਰੱਖਦੀ ਹੈ ਬੰਦੇ ਨੂੰ। ਬੰਦੇ ਵਿੱਚ ਸਮਰੱਥਾ ਹੈ ਪ੍ਰਭੂ ਦੇ ਦੇਸ਼ ਜਾਣ ਦੀ, ਕਿ ਤੈਨੂੰ ਮਿਲਣ ਦੀ, ਕਿ ਮੇਰਾ ਮਨ ਕਰਦਾ ਤੇਰੇ ਦਰਸ਼ਨ ਕਰਨੀ, ਮੈਂ ਬਾਹਾਂ ਪਸਾਰ ਕੇ ਮਿਲਣਾ ਚਾਹੁੰਦੀ ਹਾਂ, ਮੈਂ ਖੰਭ ਲਾ ਕੇ ਮਿਲਾਂ। ਪਰ ਮਹਾਰਾਜ ਕਹਿੰਦੇ ਜੈਸਾ ਰੰਗ ਕਸੁੰਭ ਕਾ ਮਨ ਬੌਰਾ ਰੇ ਤਿਉਂ ਪਸਰਿਓ ਪਾਸਾਰ। ਇਹ ਪਸਾਰਾ ਜੀਵਨ ਦਾ ਇਵੇਂ ਹੈ, ਕੱਚੇ ਰੰਗ 'ਚ ਅਸੀਂ ਫਸੇ ਹੋਏ ਹਾਂ ਜੀ। ਨਾਵਨ ਕਉ ਤੀਰਥ ਕਨੇ ਮਨ ਬੌਰਾ ਰੇ ਪੂਜਨ ਕਉ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ। 68 ਤੀਰਥਾਂ ਨੂੰ ਛੱਡ ਕੇ 7 ਸਮੁੰਦਰਾਂ ਦਾ ਇਸ਼ਨਾਨ ਕਰ ਰਿਹਾ। ਕਾਮ ਤੇ ਲਾਲਚ ਨਹੀਂ ਛੱਡਿਆ ਜਾ ਸਕਦਾ। ਨਲਨੀ ਦਾ ਮਤਲਬ ਨਲੀ, ਡਰ ਰੂਪੀ। ਡਰ ਕਰਕੇ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਕੰਮ ਤੋਂ ਅਸੀਂ ਨਿਡਰ ਹੋ ਸਕਦੇ ਹਾਂ, ਪਰ ਫਸੇ ਹੋਏ ਹਾਂ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ। ਬਹੁਤ ਕੁਝ ਬੰਦੇ ਨੇ 68 ਤੀਰਥ ਬਣਾਤੇ, 33 ਕਰੋੜ ਦੇਵੀ ਦੇਵਤੇ ਬਣਾਤੇ। ਪੂਜਣ ਵਾਸਤੇ ਅਨੰਤ ਅਨੰਤ ਦੇਵਤੇ ਨੇ, ਨਹਾਉਣ ਵਾਸਤੇ ਅਨੰਤ ਅਨੰਤ ਤੀਰਥ ਨੇ। ਨਾ ਤੇਰੀ ਕੀਤੀ ਕਰਮ ਧਰਮ ਵਾਲੀ ਪੂਜਾ ਤੋਂ ਤੈਨੂੰ ਕਾਮ, ਡਰ ਤੇ ਲੋਭ ਬਚਾ ਸਕਦਾ ਹੈ, ਨਾ ਤੀਰਥਾਂ ਦੇ ਇਸ਼ਨਾਨ ਤੋਂ। ਮਹਾਰਾਜ ਜੀ ਇਹ ਹੁਣ ਕਬੀਰ ਸਾਹਿਬ ਕਹਿੰਦੇ ਕਿ ਕਹੋ ਕਬੀਰ ਛੂਟਨ ਨਹੀਂ, ਤੇਰੇ ਕਰਮਾਂ ਕਰਕੇ ਤੂੰ ਨਹੀਂ ਛੁੱਟ ਸਕਦਾ। ਮਨ ਬੌਰਾ ਰੇ ਛੂਟਨ ਹਰ ਕੀ ਸੇਵ। ਪ੍ਰਭੂ ਦੀ ਬੰਦਗੀ, ਪ੍ਰਭੂ ਦੀ ਕਿਰਪਾ, ਸੱਚੀ ਸੇਵਾ, ਪ੍ਰਭੂ ਦੀ ਕਿਰਪਾ ਨਾਲ ਹੀ ਤੇਰੀ ਬੰਦ ਖਲਾਸੀ ਹੋ ਸਕਦੀ ਹੈ। ਜੇ ਕਿਰਪਾ ਦਾ ਪਾਤਰ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਵਿਖੈ ਬਾਚ ਹਰ ਰਾਜ ਸਮਝ ਮਨ ਬੌਰਾ ਰੇ। ਡਰ ਤੋਂ, ਜ਼ਹਿਰ ਤੋਂ ਬਚ ਕੇ ਕਿ ਅਸੀਂ ਗੁਰੂ ਦੇ ਸ਼ਬਦ ਵਿੱਚ ਜੁੜ ਸਕੀਏ। ਕਿ ਜੇ ਨਹੀਂ ਜੁੜਾਂਗੇ, ਕਬੀਰ ਸਾਹਿਬ ਕਹਿੰਦੇ ਕਿ ਗਇਓ ਨਾ ਰਾਮ ਜਹਾਜ਼, ਰੱਬ ਦੇ ਆਸਰੇ ਨਹੀਂ ਤੁਰਿਆ ਫਿਰ ਕਾਹਦਾ ਜੀਵਨ। ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਆਪ ਸੰਗਤਾਂ ਦਾ, ਭਾਈ ਸਾਹਿਬ ਜੀ ਦਾ ਵੀ ਬੇਅੰਤ ਧੰਨਵਾਦ। ਸੇਵਾਵਾਂ ਨਿਭਾਉਂਦੇ ਨੇ। ਆਪ ਸਾਰੇ ਬਖਸ਼ਿਸ਼ ਕਰੋ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।